देख रहे हो विजन पंजाब टीवी ਅਤੇ ਅਸੀਂ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਅਸੀਂ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਨੇ ਆ ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੋਇਆ ਕਰਦਾ ਹੈ ਔਰ ਪ੍ਰੋਗਰਾਮ ਦੇ ਦੌਰਾਨ ਤੁਸੀਂ ਕੋਈ ਕਾਲ ਕਰਨੀ ਚਾਹੁੰਦੇ ਆ ਜਾਂ ਜੇ ਕੋਈ ਵਿਸ਼ੇ ਦੇ ਰਿਲੇਟਡ ਕੋਈ ਸਵਾਲ ਸੁਝਾਅ ਜਾਂ ਤੁਹਾਡਾ ਕੋਈ ਵਿਚਾਰ ਹੈ ਤਾਂ ਤੁਸੀਂ 905 790 9099 ਦੇ ਉੱਪਰ ਜਾ ਕੇ ਕਾਲ ਕਰਨੀ ਹੈ। ਸਕਰੀਨ ਦੇ ਉੱਪਰ ਵੀ ਫਲੈਸ਼ ਹੋ ਰਿਹਾ ਨੰਬਰ, ਉਹਦੇ ਉੱਪਰ ਤੁਸੀਂ ਕਾਲ ਕਰੋ ਔਰ ਜਿੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਵਿਸ਼ੇ ਤੁਹਾਡੇ ਰੂਬਰੂ ਕੀਤੇ ਜਾਣ, ਤੁਹਾਨੂੰ ਉਹਨਾਂ ਤੋਂ ਜਾਣੂ ਕਰਵਾਇਆ ਜਾ ਸਕੇ ਜਾਂ ਕਮਿਊਨਿਟੀ ਦੇ ਵਿੱਚ ਆਥੈਂਟਿਕ ਨੌਲੇਜ ਅਵੇਅਰਨੈਸ ਪੈਦਾ ਹੋ ਸਕੇ। ਨਾਲ ਦੀ ਨਾਲ ਸਾਡੀ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਅਸੀਂ ਨਵੇਂ ਮਹਿਮਾਨ ਤੁਹਾਡੀ ਸੇਵਾ 'ਚ ਹਾਜ਼ਰ ਕਰੀਏ ਜਿਨ੍ਹਾਂ ਨੂੰ ਸਾਰਾ ਸਮਾਜ ਜਾਣਦਾ ਹੋਵੇ ਜਾਂ ਕਮਿਊਨਿਟੀ ਦੇ ਵਿੱਚ ਉਹਨਾਂ ਲੋਕਾਂ ਦਾ, ਉਹਨਾਂ ਸ਼ਖਸੀਅਤਾਂ ਦਾ ਕੋਈ ਨਾ ਕੋਈ ਫਾਇਦਾ ਜਾਂ ਇਹ ਕਹਿ ਲਓ ਕਿ ਉਹ ਸੇਵਾ ਕਰਦੇ ਹੋਣ। ਸੋ ਅੱਜ ਜਿਵੇਂ ਕਿ ਤੁਸੀਂ ਜਾਣਦੇ ਕਿ ਅਸੀਂ ਸੋਮਵਾਰ ਵਾਲੇ ਦਿਨ ਗੁਰਦੀਸ਼ ਮਾਂਗਟ ਹੋਰਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ, ਪਰ ਅੱਜ ਜਿਵੇਂ ਲੌਂਗ ਵੀਕਐਂਡ ਚੱਲ ਰਿਹਾ, ਛੁੱਟੀ ਦਾ ਦਿਨ ਹੈ ਤੇ ਰੱਖੜੀ ਦਾ ਵੀ ਦਿਹਾੜਾ ਹੈ, ਉਸ ਕਰਕੇ ਅੱਜ ਉਹ ਛੁੱਟੀ ਦੇ ਨੇ ਤੇ ਅੱਜ ਸਾਡੇ ਕੋਲੇ ਸਪੈਸ਼ਲੀ ਉਚੇਚਾ ਸਾਡੇ ਇੱਕ ਸੱਦੇ ਦੇ ਉੱਪਰ ਡਾਕਟਰ ਗੌਰਵ ਮਹਿਤਾ ਜੀ ਪਹੁੰਚੇ ਔਰ ਡਾਕਟਰ ਗੌਰਵ ਮਹਿਤਾ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸ ਦੇਵਾਂ ਕਿ ਅਸੀਂ ਜਦੋਂ ਕਹਿੰਦੇ ਆ ਕਿ ਮਨੋਰੋਗ ਦੇ ਮਾਹਿਰ ਪੰਜਾਬੀ ਦੇ ਵਿੱਚ ਕਹਿੰਦੇ ਆ ਤਾਂ ਸਾਈਕਾਇਟਰਿਸਟ ਅਸੀਂ ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਕਹਿੰਦੇ ਆ ਕਿ ਇਹ ਇਸ ਤਰ੍ਹਾਂ ਦੇ ਡਾਕਟਰ ਨੇ ਜਦੋਂ ਅਸੀਂ ਕਹਿੰਦੇ ਆ ਕਿ ਵੀ ਸਾਡੇ ਮਨ ਦੀ ਜਾਂ ਸਾਡੇ ਦਿਲ ਦੀ ਗੱਲ ਬੁੱਝ ਲੈਂਦੇ ਆ ਜਿਹਦੇ ਕਰਕੇ ਪਤਾ ਲੱਗ ਜਾਂਦਾ ਕਿ ਅਸਲ ਦੇ ਵਿੱਚ ਕਹਾਣੀ ਕੀ ਹੈ। ਸੋ ਅੱਜ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਆ ਤੁਹਾਨੂੰ ਵੀ ਇਸ ਵਿਸ਼ੇ ਨੂੰ ਸੁਣਦਿਆਂ ਸਾਰ ਕਈ ਵਾਰੀ ਅਚੰਭਾ ਜਿਹਾ ਵੀ ਲੱਗਦਾ, ਪਰ ਦੋਸਤੋ ਅਚੰਭੇ ਵਾਲੀ ਗੱਲ ਨਹੀਂ ਹੈ, ਅੱਗੇ ਚੱਲ ਕੇ ਉਹ ਵੀ ਤੁਹਾਨੂੰ ਦੱਸਾਂਗਾ ਕਿਉਂ। ਕਿਉਂਕਿ ਅਜਿਹੇ ਵਿਸ਼ਿਆਂ ਨੂੰ ਛੋਹਣ ਤੋਂ ਪਹਿਲਾਂ ਬੜਾ ਸੋਚਿਆ ਸਮਝਿਆ ਜਾਂਦਾ ਔਰ ਬੜਾ ਇਸ ਨੂੰ ਇੱਕ ਸੰਗ ਦਾ ਜਾਂ ਸ਼ਰਮ ਦਾ ਵਿਸ਼ਾ ਵੀ ਮੰਨਿਆ ਜਾਂਦਾ, ਝੇਪ ਮੰਨੀ ਜਾਂਦੀ ਹੈ ਵੀ ਅਜਿਹੇ ਵਿਸ਼ੇ ਨਾ ਲਿਆਏ ਜਾਣ। ਪਰ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਵਿਜ਼ਨ ਪੰਜਾਬ ਟੀਵੀ ਦੀ ਔਰ ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹੇਗੀ ਕਿ ਜਿਨ੍ਹਾਂ ਚੀਜ਼ਾਂ ਤੋਂ ਝੇਪ ਮੰਨੀ ਜਾਂਦੀ ਆ, ਜਿਹਦੇ ਕਰਕੇ ਸਮਾਜ ਦੇ ਵਿੱਚ ਇਹਨਾਂ ਵਿਸ਼ਿਆਂ ਦੇ ਉੱਪਰ ਪਰਦਾ ਪਾਇਆ ਜਾਂਦਾ ਤਾਂ ਕਿ ਕਿਤੇ ਗੱਲ ਬਾਹਰ ਨਾ ਨਿਕਲ ਜੇ। ਖਾਸ ਕਰਕੇ ਅਸੀਂ ਸਾਡੀਆਂ ਸਾਰਿਆਂ ਦੀਆਂ ਜਿਹੜਾ ਪੰਜਾਬ ਨਾਲ ਜੁੜੀਆਂ ਤੇ ਸਾਡੇ ਕਲਚਰ ਦੇ ਵਿੱਚ ਅਜਿਹੇ ਸ਼ਬਦਾਂ ਨੂੰ ਨਾ ਮੁਰਾਦ ਵੀ ਕਿਹਾ ਜਾਂਦਾ ਵੀ ਇਹੋ ਜਿਹੇ ਸ਼ਬਦ ਨਾ ਹੀ ਬੋਲੋ ਤਾਂ ਵਧੀਆ ਹੋਵੇਗਾ। ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਅਜਿਹੇ ਸ਼ਬਦਾਂ ਨੂੰ, ਅਜਿਹੇ ਵਿਸ਼ਿਆਂ ਦੇ ਉੱਪਰ ਪਰਦਾ ਚੁੱਕੀਏ ਤਾਂ ਕਿ ਸਾਡੇ ਸਮਾਜ ਦੇ ਵਿੱਚ ਜੋ ਵਿਚਰ ਰਿਹਾ, ਜੋ ਵਾਪਰ ਰਿਹਾ, ਉਹ ਅਸਲ ਦੇ ਵਿੱਚ ਸਾਨੂੰ ਸਮਝ ਆ ਸਕੇ ਤਾਂ ਕਿ ਅਸੀਂ ਆਪਣਾ ਭਵਿੱਖ ਸਵਾਰ ਸਕੀਏ। ਸੋ ਅੱਜ ਦਾ ਵਿਸ਼ਾ ਜੋ ਹੈ ਬੱਚਿਆਂ ਤੇ ਨੌਜਵਾਨਾਂ ਦੇ ਵਿੱਚ ਪੋਰਨੋਗ੍ਰਾਫੀ ਦਾ ਵੱਧ ਰਿਹਾ ਰੁਝਾਨ। ਅਸਲ ਦੇ ਵਿੱਚ ਕੀ ਹੈ ਪੋਰਨੋਗ੍ਰਾਫੀ ਦੇ ਬਾਰੇ ਤੁਸੀਂ ਸਭ ਨੂੰ ਪਤਾ ਹੈ ਕਿ ਵੀ ਬੱਚੇ ਅੱਜ ਕੱਲ੍ਹ, ਵੈਸੇ ਤਾਂ ਪਹਿਲਾਂ ਵੀ ਇਹੀ ਜੋ ਸਿਨੈਰੀਓ ਸੀ, ਇਹੀ ਸਾਰਾ ਕੁਝ ਚੱਲਦਾ ਸੀ, ਪਰ ਅੱਜ ਦਾ ਜੋ ਸਮਾਂ ਬੜਾ ਕ੍ਰੂਸ਼ਲ ਸਮਾਂ ਚੱਲ ਰਿਹਾ ਕਿਉਂਕਿ ਸਾਰਿਆਂ ਨੂੰ ਆਨਲਾਈਨ ਜਾਣਾ ਪੈਂਦਾ, ਆਨਲਾਈਨ ਸਭ ਕੁਝ ਹੋ ਗਿਆ। ਵਰਕ ਫਰੋਮ ਹੋਮ ਦੀ ਗੱਲ ਕਰੀਏ, ਜਿਹੜਾ ਹੈ ਬਿਜ਼ਨਸ ਦੀ ਗੱਲ ਕਰੀਏ, ਫਿਰ ਉਸ ਤੋਂ ਬਾਅਦ ਸਟੱਡੀ ਦੀ ਗੱਲ ਕਰੀਏ, ਐਗਜ਼ਾਮਸ ਦੀ ਗੱਲ ਕਰੀਏ, ਇੱਕ ਨਿੱਕੀ ਚੀਜ਼ ਜਿਹੜੀ ਉਹ ਆਨਲਾਈਨ ਹੋ ਚੁੱਕੀ ਹੈ। ਔਰ ਆਨਲਾਈਨ ਹੁੰਦੇ ਸਾਰ ਜਦੋਂ ਤੁਸੀਂ ਕਈ ਵਾਰੀ ਕੋਈ ਸਾਈਟ ਖੋਲਦੇ ਆ ਤੁਸੀਂ ਦੇਖਦੇ ਹੋਵੋਗੇ ਕਿ ਇੱਕ ਬਬਲ ਜਾਂ ਸਾਈਟ ਤੋਂ ਨਿਕਲ ਕੇ ਤੇ ਉਹਦੇ ਵਿੱਚ ਲਿਖਿਆ ਜਾਂਦਾ ਵੀ ਮੈਨੂੰ ਕਾਲ ਕਰੋ, ਕਾਲ ਮੀ, ਔਰ ਮੈਂ ਤੁਹਾਨੂੰ ਆਪਣੇ ਬਾਰੇ ਜਿਹੜਾ ਡਿਟੇਲ ਦੇ ਵਿੱਚ ਤੁਹਾਨੂੰ ਆਪਣੀਆਂ ਪਿਕਚਰਸ, ਆਪਣੀਆਂ ਵੀਡੀਓ ਸੈਂਡ ਕਰੂੰ। ਮੈਨੂੰ ਨਹੀਂ ਪਤਾ ਇਹਦੇ ਬਾਰੇ ਕਿਉਂ ਇਹ ਹੁੰਦਾ ਹੈ, ਕੀ ਪਾਲਿਸੀਆਂ ਹੁੰਦੀਆਂ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਆਪਾਂ ਡਾਕਟਰ ਸਾਹਿਬ ਤੋਂ ਡਿਟੇਲ ਲਵਾਂਗੇ। ਲੇਕਿਨ ਜਿਸ ਚੀਜ਼ ਦੇ ਉਹ ਮਾਹਰ ਹੈ ਕਿ ਪੋਰਨੋਗ੍ਰਾਫੀ ਬੱਚੇ ਕਿਉਂ ਦੇਖਦੇ ਆ, ਬੱਚਿਆਂ ਦੇ ਵਿੱਚ ਰੁਝਾਨ ਕਿਉਂ ਵੱਧ ਰਿਹਾ ਹੈ, ਫਿਰ ਗੇਮ ਡਿਸਆਰਡਰਿੰਗ ਕੀ ਹੁੰਦੀ ਆ। ਅੱਜ ਕੱਲ੍ਹ ਬੱਚੇ ਵੀਡੀਓ ਗੇਮਸ ਦੇ ਉੱਪਰ ਚੱਲਦੇ ਆ, ਫਿਰ ਅਸੀਂ ਗੱਲ ਕਰੀਏ ਇੰਸਟਾਗ੍ਰਾਮ, ਬਹੁਤ ਸਾਰਾ ਸੋਸ਼ਲ ਮੀਡੀਆ ਭਰਿਆ ਪਿਆ ਜਿਹਦੇ ਕਰਕੇ ਬੱਚੇ ਉਹ ਆਪਣੇ ਪਰਿਵਾਰ ਦੇ ਵਿੱਚ ਬਹਿਣਾ ਪਸੰਦ ਨਹੀਂ ਕਰਦੇ। ਇਹ ਵੀ ਤੁਹਾਨੂੰ ਮੈਂ ਦੱਸ ਦੇਵਾਂ ਕਿ ਬੜੀ ਹੀ ਵੱਡੀ ਸਮੱਸਿਆ ਜਿਹੜੀ ਪੈਦਾ ਹੋਈ ਹੈ ਔਰ ਜਨਰੇਸ਼ਨ ਗੈਪ ਬਣਦਾ ਜਾ ਰਿਹਾ, ਬਹੁਤ ਵੱਡਾ ਪਾੜਾ ਬਣਦਾ ਜਾ ਰਿਹਾ। ਆਓ ਫਿਰ ਜਾਣਦੇ ਹਾਂ ਡਾਕਟਰ ਗੌਰਵ ਮਹਿਤਾ ਹੋਰਾਂ ਤੋਂ ਕਿ ਇਹ ਪੋਰਨੋਗ੍ਰਾਫੀ ਦਾ ਜਿਹੜਾ ਰੁਝਾਨ ਸਾਡੇ ਬੱਚਿਆਂ ਅੰਦਰ ਵੱਧ ਰਿਹਾ ਹੈ ਤਾਂ ਕਿਵੇਂ ਦੂਰ ਹੋ ਸਕਦਾ ਹੈ, ਕਿਉਂ ਵੱਧ ਰਿਹਾ ਹੈ ਔਰ ਇਸ ਨੂੰ ਕਿਵੇਂ ਅਸੀਂ ਹੈਂਡਲ ਕਰ ਸਕਦੇ ਹਾਂ। ਸੋ ਸਵਾਗਤ ਕਰਦੇ ਹਾਂ ਡਾਕਟਰ ਮਹਿਤਾ ਹੋਣਾ ਦਾ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ, ਤੁਸੀਂ ਸੱਦਾ ਦਿੱਤਾ ਇੱਥੇ ਮੈਨੂੰ ਤੇ ਬੜਾ ਚੰਗੀ ਤੁਸੀਂ ਕਮੇਟੀ ਦੀ ਸੇਵਾ ਕਰ ਰਹੇ ਹੋ ਇੱਥੇ, ਇਹ ਬਹੁਤ ਚੰਗੀ ਗੱਲ ਹੈ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਤੇ ਤੁਸੀਂ ਇੱਥੇ ਇੰਨਾ ਇੰਪੋਰਟੈਂਟ ਟੌਪਿਕ ਚੱਕਿਆ ਜੇ ਅੱਜ। ਬਿਕੋਜ਼ ਚਾਈਲਡ ਪੋਰਨੋਗ੍ਰਾਫੀ ਜਾਂ ਪੋਰਨੋਗ੍ਰਾਫੀ ਬੱਚੇ ਦੇਖਦੇ ਨੇ, ਇਹ ਕੋਈ ਬੜਾ ਕੋਈ ਸਹਿਜ ਜਿਹਾ ਟੌਪਿਕ ਨਹੀਂ ਹੈਗਾ। ਜਿਹੜਾ ਤੁਸੀਂ ਕਿਹਾ ਨਾ ਸੰਗ ਦਾ ਬੰਦਾ, ਕਰੈਕਟ ਤੁਸੀਂ ਕਿਹਾ, ਬਹੁਤ ਜ਼ਿਆਦਾ ਝਿਜਕ ਹੁੰਦੀ ਹੈ
ਠੀਕ ਹੈ। ਮੈਂ ਆਉਣ ਤੋਂ ਪਹਿਲਾਂ ਆਪਣੇ 14 ਸਾਲ ਦੇ ਮੁੰਡੇ ਕੋਲ ਪੁੱਛਿਆ, ਹਾਂ ਬਈ ਬੱਚੇ ਪੋਰਨੋਗ੍ਰਾਫੀ ਕਿਉਂ ਦੇਖਦੇ ਨੇ, ਤੇ ਉਹਨੇ ਬੜਾ ਚੰਗਾ ਜਵਾਬ ਦਿੱਤਾ ਮੈਨੂੰ, ਕਹਿੰਦੇ ਪਾਪਾ ਇਹ ਤੇ ਨਾਰਮਲ ਹੈਗਾ। ਅੱਛਾ। ਬਿਕੋਜ਼ ਇਹ ਕਿਊਰੀਓਸਿਟੀ ਹੈਗੀ। ਮੈਂ ਕਿਹਾ ਅੱਛਾ ਦੱਸ ਕੀ ਕਿਊਰੀਓਸਿਟੀ ਹੈਗੀ? ਕਹਿੰਦਾ ਪਾਪਾ ਦੇਖੋ ਜੇ ਮੈਂ ਵੱਡਾ ਹੋ ਰਿਹਾ ਜੀ, ਠੀਕ ਹੈ ਨਾ, ਤੇ ਮੇਰੇ ਸਰੀਰ ਚੇਂਜ ਹੋ ਰਹੇ ਨੇ, ਤੇ ਮੈਨੂੰ ਲੱਗਦਾ ਹੈ ਕਿ ਫਿਰ ਠੀਕ ਹੈ, ਇੱਕ ਤੇ एक वैलिडेशन चाहिए कि नॉर्मल है कि नहीं है, ये सिर्फ मेरे नाल हो रहा है या मेरे बाकी सब मित्रा दोस्तों के नाल भी हो रहा है, ठीक है ना। दूजी गल है कि अच्छा ये ते मेल बॉडी दे चेंज हो गए, ते ऑपोजिट जेंडर दे की चेंज हो रहे ने, ते ए क्यूरियोसिटी है जी। तो मैं क्या ठीक है, ऑनेस्ट, बड़ा ऑनेस्ट उन्हें जवाब देता, मैं उन्हें शाबाश दी, मैंने कहा वेल डन। ते मैंने दस कि फिर सोल्यूशन क्या हैगा, और सोल्यूशन उन्होंने नहीं दसिया, बिकॉज़ कि मैं दसदा। सो एक बारी मैं फिर दर्शकों को दस दवां तुहाडे बारे। दर्शकों, जो डॉक्टर गौरव मेहता ने न्यू मार्केट साडे इत्थे जीटीए दे तो बाहर दी गल थोड़ा जिहा करिए तां न्यू मार्केट एक शहर है, ਉਹਦੇ ਵਿੱਚ ਇੱਕ ਵੱਡੇ ਹਸਪੀਟਲ ਦੇ ਵਿੱਚ ਇਹ ਸਾਈਕੈਟ੍ਰਿਸਟ ਦੇ ਤੌਰ ਤੇ ਕੰਮ ਕਰ ਰਹੇ ਆ, ਜੌਬ ਕਰ ਰਹੇ ਆ, ਔਰ ਬਹੁਤ ਹੀ ਸੁਲਝੇ ਹੋਏ ਇਨਸਾਨ ਹੈ। ਔਰ ਮੈਨੂੰ ਪਹਿਲੀ ਵਾਰ ਇਹਨਾਂ ਨਾਲ ਮਿਲ ਕੇ ਖੁਸ਼ੀ ਵੀ ਹੋ ਰਹੀ ਹੈ। ਔਰ ਦੂਜੀ ਗੱਲ ਇਹ ਆ ਕਿ ਤੁਹਾਡਾ ਕੋਈ ਸਵਾਲ ਹੋਇਆ, ਮਾਫ ਕਰਨਾ, ਅੱਜ ਝਿਜਕਿਓ ਨਾ, ਸੰਗਿਓ ਨਾ, ਸ਼ਰਮਿਓ ਨਾ, ਆਪਣੇ ਬੱਚਿਆਂ ਬਾਰੇ ਹੋ ਸਕੇ ਤਾਂ ਸਵਾਲ ਜ਼ਰੂਰ ਪੁੱਛਿਓ। ਔਰ ਇਹ ਵੀ ਮੈਂ ਜਾਣਦਾ ਕਿ ਰੱਖੜੀ ਦਾ ਤਿਉਹਾਰ ਹੈ, ਤੁਹਾਡੇ ਘਰੇ ਗੈਸਟ ਆਏ ਹੋਏ ਆ, ਔਰ ਅਸੀਂ ਖਾਸ ਤੌਰ ਤੇ ਅੱਜ ਵਿਸ਼ਾ ਹੀ ਜਾਣ ਕੇ ਇਹ ਚੱਕਿਆ ਕਿ ਸਾਰੇ ਬੈਠੇ ਆ ਤੇ ਟੀਵੀ ਮੂਹਰੇ ਬੈਠ ਕੇ ਜ਼ਰੂਰ ਇਸ ਵਿਸ਼ੇ ਨੂੰ ਔਰ ਬਿਨਾਂ ਸੰਗ ਸ਼ਰਮ ਦੇ ਸਾਰੇ ਸੁਣੋ, ਤਾਂ ਕਿ ਬੱਚਿਆਂ ਨੂੰ ਵੀ ਇਹ ਪਤਾ ਲੱਗੇ ਵੀ ਸਾਡੇ ਪੇਰੈਂਟਸ ਨੂੰ ਹੁਣ ਅਵੇਅਰਨੈਸ ਮਿਲਣੀ ਸ਼ੁਰੂ ਹੋ ਚੁੱਕੀ ਹੈ ਵਿਜ਼ਨ ਪੰਜਾਬ ਟੀਵੀ ਦੀ ਟੀਮ ਦੇ ਜ਼ਰੀਏ। ਸੋ ਕਾਲ ਕਰਨੀ ਹੈ 905 790 9099। ਡਾਕਟਰ ਸਾਹਿਬ ਨਾਲ ਸਿੱਧੀ ਰਾਬਤਾ, ਸਿੱਧਾ ਗੱਲਬਾਤ ਕਰੋ, ਔਰ ਕਿਵੇਂ ਇਹਨੂੰ ਰੋਕਿਆ ਜਾ ਸਕਦਾ ਉਹ ਵੀ ਤੁਸੀਂ ਸਵਾਲ ਪੁੱਛ ਸਕਦੇ ਹੋ ਜੀ। ਡਾਕਟਰ ਸਾਹਿਬ, ਹਾਂਜੀ, ਅਸਲ ਦੇ ਵਿੱਚ ਜਿਹੜਾ ਪੋਰਨੋਗ੍ਰਾਫੀ ਦਾ ਜਿਹੜਾ ਰੁਝਾਨ ਹੈ, ਬੇਸਿਕਲੀ ਆਪਾਂ ਤੁਸੀਂ ਜਿਵੇਂ ਦੱਸਿਆ ਕਿ ਬੱਚੇ ਨੇ ਤੁਹਾਡੇ ਨੇ ਜਵਾਬ ਦਿੱਤਾ, ਲੇਕਿਨ ਉਹ 14 ਸਾਲ ਦਾ ਬੇਟਾ ਹੈ, ਲੇਕਿਨ ਜੇ ਉਹਦੇ ਅੰਦਰ ਇਹ ਬੜੀ ਸਹਿਜ ਜਿਹੇ ਤਰੀਕੇ ਨਾਲ ਉਹਨੇ ਜਵਾਬ ਦਿੱਤਾ ਵੀ ਇਹ ਕਿੱਡੀ ਕੁ ਵੱਡੀ ਗੱਲ ਹੈ, ਤੇ ਅਸੀਂ ਜੋ ਸਾਡੀ ਕਮਿਊਨਿਟੀ, ਖਾਸ ਕਰਕੇ ਪੰਜਾਬ ਨਾਲ ਅਸੀਂ ਜੁੜੇ ਹੋਏ ਹਾਂ, ਸਾਡੀ ਕਮਿਊਨਿਟੀ ਦੇ ਵਿੱਚ ਇਹ ਡਰ ਕਿਉਂ ਆ? ਮੈਂ ਥੋੜਾ ਜਿਹਾ ਇਹਦੇ ਵਿੱਚ ਹੋਰ ਇਜ਼ਾਫਾ ਕਰਨਾ ਚਾਹਣਾ, ਔਰ ਸਵਾਲ ਵੀ ਨਾਲ ਤੁਸੀਂ ਵੀ ਉਹਦੇ ਉੱਪਰ ਐਗਰੀ ਹੋਵੋਗੇ। ਬਿਲਕੁਲ। ਪੈਡਮੈਨ ਨਾਮ ਦੀ ਫਿਲਮ ਆਈ ਸੀ ਅਕਸ਼ੇ ਕੁਮਾਰ ਹੋਣਾ ਦੀ, ਟਾਇਲਟ ਇੱਕ ਪ੍ਰੇਮ ਕਥਾ ਨਾਮ ਦੀ ਫਿਲਮ ਆਈ ਸੀ, ਔਰ ਅੱਜ ਤੋਂ ਪਹਿਲਾਂ ਜਦੋਂ ਇਹ ਵਿਸ਼ਾ ਨਹੀਂ ਸੀ, ਔਰ ਬੜਾ ਅਜੀਬ ਫੀਲ ਕਰ ਰਹੇ ਸੀ ਜਿਹੜੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਬੜਾ ਮਹਿਸੂਸ ਕਰਦੇ ਸੀ ਵੀ ਇਹ ਪੈਡਮੈਨ ਫਿਲਮ ਦੇਖਣ ਚੱਲੇ ਆ ਅਸੀਂ। ਜੋ ਕਿਸੇ ਨੇ ਪੁੱਛਣਾ ਕਿਹੜੀ ਫਿਲਮ ਦੇਖਣ ਗਏ ਸੀ, ਪੈਡਮੈਨ, ਪਰ ਅਸੀਂ ਦੇਖਣਾ, ਸੁਣਨਾ, ਜਾਣਨਾ ਚਾਹੁੰਦੇ ਆ, ਪਰ ਸਾਰਿਆਂ ਦੇ ਸਾਹਮਣੇ ਗੱਲ ਨਹੀਂ ਕਰਨਾ ਚਾਹੁੰਦੇ। ਇਸੇ ਕਰਕੇ ਜਿਹੜਾ ਇਹ ਪਰਦਾ ਪੈਂਦਾ, ਪਰਦੇ ਕਰਕੇ ਬਿਮਾਰੀਆਂ ਵੱਧ ਜਾਂਦੀਆਂ। ਬਿਲਕੁਲ, ਜਿਹੜੀ ਐਡਿਕਸ਼ਨ ਹੈ, ਚਾਹੇ ਕੋਈ ਬਿਮਾਰੀ ਹੈ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਰਦੇ ਦੇ ਥੱਲੇ ਹੀ ਦੱਬੀਆਂ ਰਹਿੰਦੀਆਂ, ਜਿਹਦਾ ਜਿਵੇਂ ਕਹਿ ਲਓ ਕਿ ਮਾਂ ਆਪਣੇ ਬੱਚੇ ਨੂੰ ਬਚਾਉਣ ਖਾਤਰ ਵੀ ਮੇਰੇ ਪੁੱਤ ਦੀਆਂ ਆਦਤਾਂ ਲੋਕਾਂ ਨੂੰ ਨਾ ਪਤਾ ਲੱਗਣ, ਉਹ ਪਰਦਾ ਪਾਉਂਦੀ ਹੈ। ਉਹ ਪਰਦੇ ਪਾਉਣ ਕਰਕੇ ਫਿਰ ਜਿਹੜਾ ਉਹਦਾ ਭਵਿੱਖ ਹੈ ਬੱਚੇ ਦਾ, ਉਹ ਬਿਲਕੁਲ ਤਹਿਸ ਨਹਿਸ ਹੋ ਸਕਦਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਬਿਲਕੁਲ ਮੈਂ ਤੁਹਾਡੇ ਕੋਲ ਬਿਲਕੁਲ ਇਤਫਾਕ ਰੱਖਦਾ ਇਸ ਗੱਲ ਤੇ ਕਿ ਇੱਕ ਤੇ ਸੰਗਣਾ ਨਹੀਂ ਚਾਹੀਦਾ। ਦੂਜੀ ਗੱਲ ਸੱਚੀ ਜਿਹੜੀ ਗੱਲ ਹੈ कि देखो पोर्नोग्राफी देखना इट्स नॉट व्हाट दे कॉल इलीगल, ठीक है। मैं ऐ नहीं कह रहा कि सपोर्ट है पोर्नोग्राफी देखनी चाहिए, बट कोई इलीगल एक्टिविटी नहीं है। बट चाइल्ड पोर्नोग्राफी ਜਿਹੜੀ ਹੈਗੀ ਉਹ ਇਲੀਗਲ ਹੈਗੀ, ਤੇ ਚਾइल्ड पोर्नोग्राफी शुड नॉट, इट इज ए क्राइम एंड दैट हैज टू बी रिपोर्टेड। अच्छा, ਤੇ ਜੇ ਬੱਚਾ ਪੋਰਨੋਗ੍ਰਾਫੀ ਦੇਖਦਾ ਹੈ that is concerning, ਕਿੰਨਾ ਟਾਈਮ ਦੇਖਦਾ ਹੈ that is concerning, ਠੀਕ ਹੈ ਨਾ। ਤੇ ਆਪਣੀ ਐਕਟੀਵਿਟੀਜ਼ ਨੂੰ ਛੱਡ ਕੇ ਜਿਹੜੀ ਉਹਦੇ ਕੋਲ ਐਕਸਪੈਕਟਡ ਹੈਗੀ, ਜੇ ਪੜ੍ਹਾਈ ਜਾਂ ਅਕੈਡਮਿਕਸ ਦੇ ਪਿੱਛੇ ਛੱਡ ਰਿਹਾ ਹੈ, ਜਾਂ ਯਾਰੀਆਂ ਦੋਸਤੀਆਂ ਦੇ ਪਿੱਛੇ ਛੱਡ ਰਿਹਾ ਹੈ, ਜਾਂ ਸੋਸ਼ਲ ਰਿਲੇਸ਼ਨਸ਼ਿਪ ਵਿੱਚ ਛੱਡ ਰਿਹਾ ਹੈ, ਜਾਂ ਜਿਹੜੀ ਆਪਣੇ ਸਮਾਜ ਦੇ ਉਹਦੀ ਰਿਸਪੌਂਸਿਬਿਲਿਟੀ ਹੈ। ਦੇਖੋ 14 ਸਾਲ ਦਾ ਬੱਚਾ ਵੀ ਹੋਏ, 16 ਸਾਲ ਦੇ ਬੱਚੇ ਹੋਏ, ਜਵਾਕ ਜਿਹੜਾ 18 ਸਾਲ ਦੀ ਹੋਏ, ਉਹਦੀ ਅੱਡ ਰਿਸਪੌਂਸਿਬਿਲਿਟੀਆਂ ਨੇ, ਠੀਕ ਹੈ ਨਾ, ਸਮਾਜ ਦੇ ਵਿੱਚ। ਉਹਦੇ ਆਪਣੇ ਪੇਰੈਂਟਸ ਲਈ, ਆਪਣੇ ਸਕੂਲ ਲਈ, ਆਪਣੇ ਯਾਰਾਂ ਦੋਸਤਾਂ ਲਈ, ਮਾਪੇ ਲਈ, ਸਾਰਿਆਂ ਵਾਸਤੇ ਉਹਨਾਂ ਦੀ ਰਿਸਪੌਂਸਿਬਿਲਿਟੀਜ਼ ਨੇ। ਜੇ ਉਹਨਾਂ ਕੋਲ ਸੰਗਦਾ ਹੈ, ਉਹਨਾਂ ਕੋਲ ਉਹ ਫੇਲ ਕਰਦਾ ਉਹਨਾਂ ਨੂੰ ਫੁੱਲਫਿਲ ਕਰਨਾ, ਇਟ ਇਜ਼ ਕੰਸਰਨਿੰਗ, ਠੀਕ ਹੈ ਨਾ। ਬਾਕੀ ਪੋਰਨੋਗ੍ਰਾਫੀ ਦੇਖੋ ਇੱਕ ਤੇ ਸਾਡੇ ਮਿਥ ਹੈਗੀ ਕਿ ਮੈਸਟਰਬੇਸ਼ਨ ਬਿਮਾਰੀ ਹੈ। ਸਾਡੇ ਤੁਹਾਨੂੰ ਯਾਦ ਹੋਏਗਾ ਸਾਨੂੰ ਜਿਹੜੇ ਬਾਬੇ ਬੈਠਦੇ ਸੀਗੇ, ਇਹ ਧਾਤ ਰੋਗ ਦਾ ਇਲਾਜ ਕਰਦੇ ਸੀਗੇ, ਇਹ ਧਾਤ ਰੋਗ ਹੈ ਜੀ, ਸਵਪਨ ਦੋਸ਼ ਹੈ ਜੀ, ਠੀਕ ਹੈ ਨਾ ਜੀ। ਔਰ ਤੁਸੀਂ ਦੇਖੋ ਧਾਤ ਰੋਗ ਕੁਝ ਨਹੀਂ ਹੈਗਾ ਬਈ,
ਮੈਸਟਰਬੇਸ਼ਨ ਇਜ਼ ਅ ਨੈਚੁਰਲ ਪ੍ਰੋਸੈਸ ਜੀ ਜਿਹੜੇ ਸਟਿਮੂਲੇਟ ਕਰਦਾ ਹੈ ਬੰਦਾ ਆਪਣੇ ਆਪ ਨੂੰ, ਸਾਰੇ ਸਟਿਮੂਲੇਟ ਕਰਦੇ ਨੇ। ਇੱਕ ਜੋਕ ਹੁੰਦਾ ਸੀਗਾ ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਮੈਨੂੰ ਲੱਗਦਾ ਅੱਜ ਵੀ ਰੈਲੇਵੈਂਟ ਹੈਗਾ। ਉਹ ਕਹਿੰਦੇ ਨੇ ਜੀ ਕਿ 99% ਆਫ ਮੈਨ ਮੈਸਟਰਬੇਟ ਐਂਡ 1% ਲਾਈ। ਕਰਦੇ ਸਾਰੇ ਹੈਗੇ ਬਟ ਜਿਹੜੇ ਕਹਦੇ ਰਹੇ ਨਹੀਂ ਕਰਦੇ, ਅਸੀਂ ਨਹੀਂ ਕਰਦੇ, ਦੇ ਆਰ ਨਾਟ ਕੰਫਰਟੇਬਲ। ਐਂਡ ਅਗੇਨ ਸੌਰੀ ਜੀ, ਸੋ ਮੇਰਾ ਨਾਲ ਦੀ ਨਾਲ ਆਪਾਂ ਵਿਸ਼ੇ ਵੱਲ ਨੂੰ ਵੀ ਥੋੜਾ ਜਾਈਏ ਕਿ ਪੋਰਨੋਗ੍ਰਾਫੀ ਦਾ ਜਿਹੜਾ ਬੱਚਿਆਂ 'ਚ ਰੁਝਾਨ ਵਧ ਰਿਹਾ। ਇੱਕ ਤਾਂ ਤੁਸੀਂ ਬੜਾ ਸਹਿਜ ਤਰੀਕੇ ਨਾਲ ਕਿਹਾ ਕਿ ਵੀ ਇਹ ਕੋਈ ਵੱਡਾ ਇਸ਼ੂ ਨਹੀਂ ਹੈ, ਜਿਵੇਂ ਤੁਹਾਡੇ ਬੱਚੇ ਨੇ ਵੀ, ਤੁਹਾਡੇ ਬੇਟੇ ਨੇ ਵੀ ਜਵਾਬ ਦਿੱਤਾ ਸੀ, ਲੇਕਿਨ ਸਾਡੀ ਕਮਿਊਨਿਟੀ ਦੇ ਅਨੁਸਾਰ, ਸਾਡੇ ਕਲਚਰ ਦੇ ਅਨੁਸਾਰ, ਕਿਉਂਕਿ ਬੇਸ਼ੱਕ ਅਸੀਂ ਕੈਨੇਡਾ, ਅਮਰੀਕਾ ਜਾਂ ਵੱਡੇ ਕੰਟਰੀਜ਼ ਦੇ ਜਿਹੜੇ ਕਿ ਡਿਵੈਲਪ ਕੰਟਰੀਜ਼ ਉਹਦੇ ਉੱਪਰ ਅਸੀਂ ਬੈਠ ਕੇ ਆ ਕੇ ਹਾਂ, ਲੇਕਿਨ ਜਦੋਂ ਵੀ ਕੋਈ ਵੀ ਬੰਦਾ ਆਪਣੀ ਕੰਟਰੀ ਨੂੰ, ਹੋਮ ਕੰਟਰੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਂਦਾ ਜਾਂ ਕਿਸੇ ਵੀ ਹੋਰ ਕੰਟਰੀ 'ਚ ਜਾਂਦਾ ਤਾਂ ਉਹ ਆਪਣਾ ਕਲਚਰ ਨਾਲ ਲੈ ਕੇ ਜਾਂਦਾ, ਚਾਹੇ ਉਹਦਾ ਖਾਣ ਪੀਣ ਹੋਵੇ, ਪਹਿਨਣ ਹੋਵੇ, ਸਭ ਕੁਝ ਚੱਲਦਾ। ਲੇਕਿਨ ਸਾਡਾ ਕਲਚਰ ਇਹ ਅਲਾਓ ਨਹੀਂ ਕਰਦਾ ਕਿ ਅਸੀਂ ਇਹੋ ਜਿਹੀਆਂ ਚੀਜ਼ਾਂ ਦੇਖੀਏ। ਸਾਡੇ ਕਲਚਰ ਦੇ ਵਿੱਚ ਬੜਾ ਅਜੀਬ ਜਿਹਾ ਔਰ ਬੜਾ ਹੀ ਸੂਖਮ ਜਿਹੇ ਤਰੀਕੇ ਨਾਲ ਚੀਜ਼ਾਂ ਚੱਲਦੀਆਂ ਕਿ ਸਵੇਰੇ 4 ਵਜੇ ਉੱਠ ਕੇ ਤੁਸੀਂ ਨਹਾਉਣਾ ਧੋਣਾ ਪਾਠ ਕਰਨਾ, ਉਹ ਸਾਰਾ ਚੀਜ਼ ਦੱਸ ਰਹੇ ਕਿਉਂਕਿ ਅਸੀਂ ਟੋਟਲੀ ਅਧਿਆਤਮ ਨਾਲ ਜੁੜੇ ਹੋਏ ਲੋਕ ਹਾਂ। ਪਰ ਅੱਜ ਦੀ ਡੇਟ ਦੇ ਵਿੱਚ ਜੋ ਪਾੜਾ ਸਾਡੇ ਬਜ਼ੁਰਗਾਂ ਦੇ ਵਿੱਚ, ਪੇਰੈਂਟਸ ਦੇ ਬੱਚਿਆਂ ਦੇ ਵਿੱਚ ਪੈਂਦਾ ਜਾ ਰਿਹਾ ਨਾ, ਇੱਕ ਟ੍ਰਾਇਐਂਗਲ ਤਰੀਕਾ, ਉਹਦਾ ਮੈਨੂੰ ਲੱਗਦਾ ਕਿ ਜਿਹੜਾ ਪੋਰਨੋਗ੍ਰਾਫੀ ਹੈ ਨਾ, ਉਹ ਇੱਕ ਵੱਡਾ ਕਾਰਨ ਬਣਿਆ ਹੋਇਆ। ਔਰ ਤੁਸੀਂ ਕੀ ਸਮਝਦੇ ਹੋ ਕਿ ਪੋਰਨੋਗ੍ਰਾਫੀ ਬੱਚਿਆਂ ਨੂੰ ਦੇਖਣਾ ਕਿੰਨਾ ਕੁ ਲਾਜ਼ਮੀ ਹੈ? ਜੇ ਮੰਨ ਲਓ ਲਾਜ਼ਮੀ ਹੈ ਵੀ ਹੈ, ਜਿਵੇਂ ਆਪਾਂ ਸੈਕਸ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਕਈ ਵਾਰੀ ਆਪਾਂ ਕਹਿੰਦੇ ਵੀ ਸੈਕਸ ਐਜੂਕੇਸ਼ਨ ਤਾਂ ਸਕੂਲਾਂ 'ਚ ਸਿਖਾਈ ਜਾਂਦੇ ਆ, ਪਰ ਜੇ ਸਿਖਾ ਰਿਹਾ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਆ ਕੇ ਘਰੇ ਅਪਲਾਈ ਕਰਨਾ ਜਾਂ ਤੁਸੀਂ ਸਾਰੇ ਦਾ ਸਾਰਾ ਟਾਈਮ ਉਸ ਇੰਟਰਨੈਟ ਤੇ ਉਹੀ ਚੀਜ਼ਾਂ ਦਿਵਾਚ ਕਰਨੀਆਂ। ਉਹਨਾਂ ਬੱਚਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਜਾਂ ਪੇਰੈਂਟਸ ਕਿਵੇਂ ਕੰਟਰੋਲ ਕਰ ਸਕਦੇ? ਹਾਂਜੀ, ਬਹੁਤ ਇੰਪੋਰਟੈਂਟ ਗੱਲ ਹੈ। ਦੇਖੋ, ਸੈਕਸ ਐਜੂਕੇਸ਼ਨ ਉਹ ਤੇ ਸਕੂਲ ਵਿੱਚ ਮਿਲ ਹੀ ਰਹੀ ਹੈ, ਠੀਕ ਹੈ ਨਾ, ਤੇ ਇਹ ਸਾਡੇ ਵੇਲੇ ਨੇ ਹਿੰਦੁਸਤਾਨ ਦੇ ਵਿੱਚ ਨਹੀਂ ਹੁੰਦੇ ਸੀ। ਜਿਹੜੇ ਅਸੀਂ ਕਲਚਰ ਦੀ ਗੱਲ ਕੀਤੀ ਹੈ ਨਾ, ਸਾਡਾ ਕਲਚਰ ਨਹੀਂ ਹੈ। ਸਾਡੇ ਹਾਲੇ ਵੀ ਅਸੀਂ ਸੰਗਦੇ ਹਾਂ ਆਪਣੇ ਮਾਪੇ ਤੋਂ ਜਾਂ ਆਪਣੇ ਪੇਰੈਂਟਸ ਤੋਂ ਜਾਂ ਆਪਣੇ ਵੱਡੇ ਭੈਣ ਭਰਾਵਾਂ ਤੋਂ। ਤੁਸੀਂ ਦੇਖੋ ਕਿ ਸਾਡੇ ਕਲਚਰ ਵਿੱਚ ਸਾਡੇ ਪਿਓ ਨੇ ਨਹੀਂ ਸਿਖਾਇਆ ਸਾਨੂੰ ਕਿ ਬਈ ਸੈਕਸ ਐਜੂਕੇਸ਼ਨ ਕੀ ਹੁੰਦੀ ਹੈ। ਲੇਡੀਜ਼ ਨੂੰ ਫਿਰ ਵੀ ਮਿਲਦੀ ਹੈ ਬਿਕੋਜ਼ ਉਹਨਾਂ ਨੂੰ ਪੀਰੀਅਡਸ ਦੀ ਜਾਣਕਾਰੀ ਆਪਣੀ ਜਾਂ ਤੇ ਵੱਡੀ ਭੈਣ ਤੋਂ ਮਿਲਦੀ ਹੈ ਜਾਂ ਆਪਣੀ ਮਾਂ ਤੋਂ ਮਿਲਦੀ ਹੈ ਜਾਂ ਦਾਦੀ ਨਾਨੀ ਤੋਂ ਮਿਲਦੀ ਹੈ, ਠੀਕ ਹੈ ਨਾ। ਉਹ ਸਹੀ ਮਿਲਦੀ ਹੈ, ਗਲਤ ਮਿਲਦੀ ਹੈ, ਉਹ ਦੈਟ ਇਜ਼ ਅ ਸੈਪਰੇਟ ਇਸ਼ੂ। ਬਟ ਜਿਹੜਾ ਸੈਕਸ ਐਜੂਕੇਸ਼ਨ ਦੀ ਗੱਲ ਹੈ, ਮੋਸਟਲੀ ਸਾਡੇ ਇੰਡੀਅਨ ਮੈਨ ਨੂੰ ਮਿਲਦੀ ਹੈ ਯਾਰਾਂ ਦੋਸਤਾਂ ਤੋਂ, ਠੀਕ ਹੈ ਨਾ, ਜਾਂ ਮਿਲਦੀ ਹੈ ਬਾਬਿਆਂ ਤੋਂ, ਜਿਹੜੇ ਜੇ ਕਿ ਉਹ ਫੜਦੇ ਨੇ, ਜਿਹੜੇ ਫਰਜ਼ੀ ਦੁਕਾਨ ਚਲਾ ਕੇ ਚੱਲਦੇ ਨੇ, ਉਹ ਫਿਰ ਦੁਕਾਨ ਕਰਦੇ ਨੇ ਜੀ, ਉਹ ਸਵਪਨ ਦੋਸ਼ ਹੋ ਜਾਏਗਾ, ਉਹ ਹੋ ਜਾਏਗਾ, ਪੋਰਨੋਗ੍ਰਾਫੀ ਹੋ ਜਾਏਗੀ। ਜਾਂ ਪਹਿਲਾਂ ਪੋਰਨੋਗ੍ਰਾਫੀ ਇੰਟਰਨੈਟ ਤੇ ਨਹੀਂ ਸੀ ਆਉਂਦੀ, ਪਹਿਲੇ ਕਿਤਾਬਾਂ ਮਿਲਦੀਆਂ ਸੀਗੀਆਂ, ਠੀਕ ਹੈ ਨਾ, ਉਹ ਫਿਰ ਉਹ ਜਾ ਕੇ ਲਿਜਾਂਦੇ ਸੀਗੇ। ਸਾਡੇ, ਮੈਂ ਦਿੱਲੀ ਦਾ ਪੜ੍ਹਿਆ, ਮੈਨੂੰ ਪਤਾ ਦਰਿਆਗੰਜ ਕਿੱਥੇ ਮਿਲਦੀ ਸੀਗੀ, ਮੈਨੂੰ ਪਤਾ ਹੈ, ਠੀਕ ਹੈ ਨਾ। ਤੇ ਉਹ ਫਿਰ ਸਹੀ ਸੀਗੀ, ਗਲਤ ਸੀਗੀ, ਉਹ that carries on ਜੀ। ਇੱਕ ਤਰੀਕੇ ਨਾਲ ਪੋਰਨੋਗ੍ਰਾਫੀ, ਜੇ ਮੈਂ ਇਹ ਨਹੀਂ ਕਹਿੰਦਾ ਕਿ ਦੇਖਣਾ ਚਾਹੀਦਾ ਹੈ, ਲੇਕਿਨ ਡਿਸਕਸ ਜ਼ਰੂਰ ਕਰਨਾ ਚਾਹੀਦਾ ਹੈ। ਲੇਕਿਨ ਇਹਦੇ ਵਿੱਚ ਅਸਲ ਦੇ ਵਿੱਚ ਨੁਕਸਾਨ ਤੇ ਫਾਇਦੇ ਕੀ ਹੈ? ਬਿਲਕੁਲ, ਜਿਹੜਾ ਤੁਸੀਂ ਕਿਹਾ ਨਾ ਡਿਵਾਈਡ ਹੋ ਰਿਹਾ ਹੈ, ਤੁਸੀਂ ਬੜਾ ਚੰਗਾ ਕਿਹਾ ਹੈ ਐਂਡ ਇਟ ਇਜ਼ ਅ ਵੈਰੀ ਇੰਪੋਰਟੈਂਟ ਕਨਸੈਪਟ। ਸੋ ਆਈ ਵਿਲ ਕਵਰ ਦੈਟ ਨਾਓ ਕਿ ਦੇਖੋ, ਜੇ ਤੁਸੀਂ ਇਕੱਠੇ ਬਹਿ ਕੇ ਡਿਸਕਸ ਕਰ ਸਕਦੇ ਹੋ, ਮੈਂ ਆਪਣੇ ਮੁੰਡੇ ਨਾਲ ਕਰ ਸਕਦਾ, ਆਈ ਕੈਨੋਟ ਡੂ ਦ ਸੇਮ ਵਿਦ ਮਾਈ ਫਾਦਰ, ਠੀਕ ਹੈ ਨਾ। ਮੈਂ ਆਪਣੇ ਫਾਦਰ ਨਾਲ ਤੇ ਨਹੀਂ ਕੀਤਾ ਜੀ, ਤੇ ਹੁਣ ਮੈਂ ਆਪਣੇ ਮੁੰਡੇ ਨਾਲ ਕਰ ਸਕਦਾ, ਤੇ ਮੈਂ ਚਾਹਨਾ ਮੇਰਾ ਮੁੰਡਾ ਮੇਰੇ ਨਾਲ ਕਰੇ, ਬਨਸਪਤ ਇਸਦੇ ਕਿ ਗਲਤ ਚੀਜ਼ ਨੂੰ ਸਿੱਖੇ। ਬਿਲਕੁਲ, ਘੱਟੋ ਘੱਟ ਬਿਮਾਰੀਆਂ ਤੋਂ ਬਚ ਸਕੇ। ਬਿਲਕੁਲ। ਪਰ ਡਾਕਟਰ ਸਾਹਿਬ, ਇੱਕ ਵੱਡੀ ਜਿਹੜੀ ਸਮੱਸਿਆ ਪੈਦਾ ਹੋ ਰਹੀ ਹੈ ਅੱਜ ਕੱਲ, ਜਿਹੜਾ ਸਭ ਕੁਝ ਆਨਲਾਈਨ, ਮੈਂ ਕਿ ਪਹਿਲਾਂ ਵੀ ਜ਼ਿਕਰ ਕੀਤਾ, ਆਨਲਾਈਨ ਹੁੰਦਾ ਜਾ ਰਿਹਾ। ਮੈਨੂੰ ਇਹ ਵੀ ਲੱਗਦਾ ਵੀ ਸ਼ਾਇਦ ਇੱਕ ਅੱਧੀ ਫਿਲਮ ਇਹ ਵੀ ਲਾਂਚ ਹੋਈ ਲੋ ਕਿ ਲਾਈਫ ਆਨਲਾਈਨ। ਬਿਲਕੁਲ ਜੀ, ਜ਼ਿੰਦਗੀ ਆਨਲਾਈਨ.com, ਜ਼ਿੰਦਗੀ ਆਨਲਾਈਨ ਹੋ ਚੱਲੀ ਹੈ। ਤਾਂ ਫਿਰ ਜਦੋਂ ਇਹ ਸਾਰੀ ਜ਼ਿੰਦਗੀ ਆਨਲਾਈਨ ਹੋਣ ਜਾ ਰਹੀ ਹੈ, ਤਾਂ ਫਿਰ ਬੱਚਿਆਂ ਦਾ ਫਿਜ਼ੀਕਲੀ ਜਿਵੇਂ ਡਿਵੈਲਪ ਹੋਣਾ, ਜਿਹਦੇ ਵਿੱਚ ਆਪਾਂ ਫਿਜ਼ੀਕਲੀ ਗੇਮਸ ਦੀ ਗੱਲ ਕਰੀਏ, ਕਿਉਂਕਿ ਅੱਗੇ ਚੱਲ ਕੇ ਆਪਾਂ ਗੇਮਿੰਗ ਡਿਸਆਰਡਰ ਦੀ ਵੀ ਗੱਲ ਕਰਨੀ ਹੈ, ਜਿਹੜੀ ਕਿ ਕੰਪਿਊਟਰ ਜ਼ਰੀਏ ਖੇਡੀ ਜਾਂਦੀ ਹੈ। ਲੇਕਿਨ ਬੱਚੇ ਬਾਹਰ ਕਦੋਂ ਨਿਕਲਣਗੇ? ਬੇਸ਼ੱਕ ਹੁਣ ਕਰੋਨਾ ਦਾ ਸਮਾਂ ਚੱਲ ਰਿਹਾ, ਕਰੋਨਾ ਦਾ ਜੋ ਇਹ ਮਹਾਮਾਰੀ ਹੈ, ਇਹਦੇ ਦੌਰ ਦੇ ਵਿੱਚ ਬਾਹਰ ਨਿਕਲਣਾ ਪੋਸੀਬਲ ਨਹੀਂ ਹੈ। ਔਰ ਜਦੋਂ ਨੂੰ ਇਹ ਸਮਾਂ ਖਤਮ ਹੋਣਾ ਹੈ, ਉਦੋਂ ਨੂੰ ਕੀ ਸਾਡੇ ਬੱਚੇ ਉਹੋ ਜਿਹੇ ਸਾਨੂੰ ਮਿਲ ਪਾਉਣਗੇ? ਸਾਡਾ ਸਵਾਲ ਇਹ ਹੈ ਕਿ ਜੇ ਅਗਰ ਉਹ ਖੁੱਭ ਗਏ ਅੱਜ ਇਸ ਪੋਰਨੋਗ੍ਰਾਫੀ, ਗੇਮ ਡਿਸਆਰਡਰਿੰਗ ਦੇ ਵਿੱਚ ਜਾਂ ਅਜਿਹੀਆਂ ਹੋਰ ਜਿਹੜੀਆਂ ਕੁਰੀਤੀਆਂ ਦੇ ਵਿੱਚ, ਕੀ ਤੁਸੀਂ ਕੀ ਸਮਝਦੇ ਹੋ ਆਉਣ ਵਾਲੀ ਜਨਰੇਸ਼ਨ ਕਿਹੋ ਜਿਹੀ ਹੋਊਗੀ?
ਹਾਂਜੀ, ਇੱਕ ਕੰਸਰਨ ਤੇ ਹੈਗਾ ਕਿ ਦੇਖੋ ਇੰਟਰਨੈਟ ਸਾਡੇ ਵੇਲੇ ਇੰਨਾ ਸੇ ਨਹੀਂ ਸੀ ਆਉਂਦਾ, ਠੀਕ ਹੈ ਨਾ, ਜਾਂ ਇੰਨੀ ਪੋਰਨੋਗ੍ਰਾਫੀ ਇੰਨੀ ਸੀ ਨਹੀਂ ਸੀ ਆਉਂਦੀ, ਲੇਕਿਨ ਦਿਸ ਓਪਨ ਦੇ ਸਮਾਂ ਜਿਹੜਾ ਹੈ ਅਸੀਂ ਯੂਜ਼ ਕੰਸਟਰਕਟਿਵਲੀ ਵੀ ਕਰ ਸਕਦੇ ਹਾਂ। ਇਹ ਨਹੀਂ ਕਿ ਤੁਸੀਂ ਐਕਸਰਸਾਈਜ਼ ਨਹੀਂ ਕਰ ਸਕਦੇ ਜਾਂ ਸਾਡੇ ਜਵਾਕ ਐਕਸਰਸਾਈਜ਼ ਨਹੀਂ ਸੀ ਕਰ ਸਕਦੇ, ਹਾਲੇ ਵੀ ਐਕਸਰਸਾਈਜ਼ ਕਰ ਸਕਦੇ ਨੇ। ਇਟ ਇਜ਼ ਸੇਫ ਟੂ ਡੂ ਸੋ। ਉਹਨਾਂ ਨੇ ਐਕਸਰਸਾਈਜ਼ ਤੇ ਨਹੀਂ ਕੀਤਾ, ਹਾਂ ਤੁਸੀਂ ਜਿਮ ਨਹੀਂ ਜਾ ਸਕਦੇ ਇੰਨੇ ਸੌਖੇ ਤਰੀਕੇ ਨਾਲ ਜਿੱਦਾਂ ਪਹਿਲੇ ਜਾਂਦੇ ਸੀਗੇ, ਬਟ ਤੁਸੀਂ ਘਰੇ ਭੱਜ ਸਕਦੇ ਹੋ ਜਾਂ ਸੈਰ ਕਰ ਸਕਦੇ ਹੋ ਜਾਂ ਰਸਾ ਟੱਪ ਸਕਦੇ ਹੋ ਜਾਂ ਬਾਕੀ ਖੇਡ ਸਕਦੇ ਹੋ। ਸੋਸ਼ਲ ਡਿਸਟੈਂਸਿੰਗ ਕਰਕੇ ਵੀ ਤੁਸੀਂ ਆਪਣੇ ਆਪ ਨੂੰ ਫਿਟ ਕਰ ਸਕਦੇ ਹੋ। ਤੇ ਮੈਂ ਇਸ ਦੇ ਹੱਕ 'ਚ ਹੈਗਾ ਕਿ ਇਹ ਨਹੀਂ ਕਿ ਕਰੋਨਾ ਖਤਮ ਹੋਣਾ ਉਹਦੇ ਬਾਅਦ ਲਾਈਫ ਆਫਟਰ ਕਰੋਨਾ ਸ਼ੁਰੂ ਹੋਣੀ ਹੈ, ਇਹ ਨਹੀਂ। ਇਹ ਇੱਕ ਐਗਜ਼ਾਮਪਲ ਮੈਂ ਦੇਣਾ ਕਿ ਇਹ ਤੁਹਾਡੀ ਰੈਂਟ ਚੱਲ ਰਹੀ ਹੈ ਤੇ ਠਕ ਚੱਲ ਰਹੀ ਹੈ ਤੇ ਤੁਹਾਨੂੰ ਪਾਣੀ ਵੀ ਪੀਣਾ, ਘੋੜੇ ਨੂੰ ਲਿਜਾਣਾ ਤਲਾਬ ਤੇ ਪਾਣੀ ਵੀ ਪੀਣਾ ਤੇ ਠਕ ਵੀ ਹੋ ਰਹੀ ਹੈ ਤੇ ਕੰਮ ਤੇ ਚੱਲਦੇ ਰਹਿਣਗੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਹ ਕੰਮ ਤੇ ਨਹੀਂ ਰੁਕਦੇ, ਠੀਕ ਹੈ ਨਾ। ਤੁਸੀਂ ਆਪਣਾ ਕੰਮ ਨਹੀਂ ਰੋਕਿਆ, ਮੈਂ ਆਪਣਾ ਕੰਮ ਨਹੀਂ ਰੋਕਿਆ, ਕਿਸੇ ਨੇ ਕੋਈ ਕੰਮ ਨਹੀਂ ਰੋਕਿਆ, ਠੀਕ ਹੈ ਨਾ। ਜਿਹੜਾ ਸੇਫ ਹੈ ਸੇਫਟੀ ਕਰਕੇ ਕਰ ਰਹੇ ਨੇ। ਇਹ ਜਿਹੜਾ ਵੀ ਓਨਟਾਰੀਓ ਦੇ ਹੁਣ 'ਚ ਜਿਹੜੇ ਹੁਣੇ ਆ ਰਹੇ ਕਿ ਸਕੂਲ ਖੋਲ ਰਹੇ ਨੇ ਦੁਬਾਰਾ, ਉਹ ਉਹੀ ਕਰ ਰਹੇ ਨੇ ਕਿ ਕੰਸਰਨਿੰਗ ਹੈਗਾ ਕਿ ਬਈ ਤੁਹਾਡਾ ਜਿਹੜਾ ਹੈ ਐਜੂਕੇਸ਼ਨ ਕਿੱਦਾਂ ਹੋਏਗੀ। ਪਰ ਉਹ ਕਹਿ ਰਹੇ ਕਿ ਹਾਈ ਸਕੂਲ ਦੇ ਵਿੱਚ ਵੀ ਹਾਫ ਟਾਈਮ ਆਨਲਾਈਨ ਤੇ ਹਾਫ ਟਾਈਮ ਇਨ ਪਰਸਨ ਕਰਨਗੇ। ਅੱਛਾ, ਠੀਕ ਹੈ ਨਾ। ਤੇ ਆਨਲਾਈਨ ਸੇ ਅਸੀਂ ਤੇ ਆਪਾਂ ਇਹ ਨਹੀਂ ਕਰਨਾ ਕਿ ਆਨਲਾਈਨ ਖਰਾਬ ਹੈਗੀ ਜਾਂ ਮਾੜੀ ਹੈਗੀ। ਆਨਲਾਈਨ ਇਜ਼ ਦਾ ਵੇ ਟੂ ਗੋ ਫਾਰਵਰਡ। ਟੈਕਨੋਲੋਜੀ ਨੇ ਇਹ ਸਾਨੂੰ ਬਲਕਿ ਪਾਵਰ ਦਿੱਤੀ ਹੈ ਤੇ ਅਸੀਂ ਆਪਣੇ ਸੌਖੇ ਤਰੀਕੇ ਨਾਲ ਉਹਨੂੰ ਯੂਜ਼ ਕਰਨਾ ਹੈ, ਠੀਕ ਹੈ ਨਾ। ਕਿੱਦਾਂ ਯੂਜ਼ ਕਰਨਾ ਹੈ ਉਹ ਸਾਡੇ ਤੇ ਹੈ। ਸੋ ਅਗਲਾ ਸਵਾਲ ਮੇਰਾ ਇਹ ਹੈ ਕਿ ਦੇਖੋ ਆਪਾਂ ਜਿੱਥੇ ਆਪਾਂ ਇਹਦੇ ਕਾਰਨ ਦੱਸਾਂਗੇ ਕਿ ਵੀ ਪੋਰਨੋਗ੍ਰਾਫੀ ਦੇ ਕਾਰਨ ਕੀ ਹੈ, ਉਹ ਵੀ ਤੁਸੀਂ ਆਪਾਂ ਜਾਣਦੇ ਹਾਂ। ਫਿਰ ਇਹਦੇ ਲੱਛਣ ਕੀ ਹੈ, ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਪੇਰੈਂਟਸ ਆ ਜਿਹੜੇ ਇੰਨੇ ਪੜ੍ਹੇ ਲਿਖੇ ਨਹੀਂ ਆ। ਜਿਵੇਂ ਤੁਹਾਡੀ ਸਕੂਲਿੰਗ ਦਿੱਲੀ ਦੀ ਹੈ, ਪਰ ਜੇ ਮੈਂ ਆਪਣੀ ਗੱਲ ਕਰਾਂ ਅਸੀਂ ਪਿੰਡਾਂ ਤੋਂ ਉੱਠ ਕੇ ਆਏ ਹਾਂ। ਹਾਂਜੀ, ਬਿਲਕੁਲ। ਔਰ ਸਾਡੇ ਸਮੇਂ ਦੇ ਵਿੱਚ ਸਾਨੂੰ ਤਾਂ ਜਿਹੜਾ ਪੋਰਨੋਗ੍ਰਾਫੀ ਦਾ ਸ਼ਬਦ ਦਾ ਵੀ ਇੱਥੇ ਆ ਕੇ ਪਤਾ ਲੱਗਿਆ ਵੀ ਕੁਝ ਹੁੰਦਾ ਹੈ। ਸੋ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਪੇਰੈਂਟਸ ਆ ਜਿਹੜੇ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਆ, ਉਹਨਾਂ ਨੂੰ ਪਤਾ ਨਹੀਂ ਹੈ ਕਿ ਬੱਚੇ ਲਈ ਕਿਹੜੀ ਸਾਈਡ ਚੰਗੀ ਹੈ ਕਿਹੜੀ ਮਾੜੀ ਹੈ। ਬਿਲਕੁਲ। ਸੋ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਵੀ ਉਹਨੂੰ ਅਸੀਂ ਕਿਵੇਂ ਸਾਡੇ ਬੱਚੇ ਦੇ ਲੱਛਣ ਜਾਣ ਸਕਦੇ ਹਾਂ ਕਿ ਇਹ ਹੁਣ ਪੋਰਨੋਗ੍ਰਾਫੀ ਦਾ ਸ਼ਿਕਾਰ ਹੋ ਚੁੱਕਿਆ ਹੈ ਔਰ ਐਡਿਕਸ਼ਨ ਹੋ ਚੁੱਕੀ ਹੈ। ਅਗਲਾ ਸਵਾਲ ਮੇਰਾ ਇਹ ਆ ਕਿ ਕੀ ਪੋਰਨੋਗ੍ਰਾਫੀ ਦੇਖਣਾ, ਵਾਚ ਕਰਨਾ ਮਨੋਰੋਗ ਦਾ ਇੱਕ ਹਿੱਸਾ ਹੈ? ਇਹ ਤੁਸੀਂ ਮੈਂ ਦੋਨੋਂ ਸਵਾਲ ਮੈਂ ਹੁਣੇ ਆਨਸਰ ਕਰਦਾ। ਇਹ ਤੁਸੀਂ ਬੜਾ ਚੰਗਾ ਕਿਹਾ ਹੈ ਕਿ ਪੋਰਨੋਗ੍ਰਾਫੀ ਦੇਖੋ ਇਹ ਪਿੰਡਾਂ ਦੀ ਐਜੂਕੇਸ਼ਨ ਤੇ ਸ਼ਹਿਰਾਂ ਦੀ ਐਜੂਕੇਸ਼ਨ ਅੱਡ ਵੀ ਹੁੰਦੀ ਹੈ, ਲੇਕਿਨ ਮੈਂ ਦਿੱਲੀ ਦੱਸਦਾ, ਮੈਂ ਤੁਹਾਨੂੰ ਦੇਖਦਾ ਮਾਈ ਫਰਸਟ ਐਕਸਪੋਜ਼ਰ ਟੂ ਪੋਰਨੋਗ੍ਰਾਫੀ ਵਾਸ ਵੈਨ ਆਈ ਐਂਟਰਡ ਮੈਡੀਕਲ ਕਾਲਜ। ਠੀਕ ਹੈ ਨਾ ਜੀ। ਮੈਂ ਦਿੱਲੀ ਦਾ ਪੜ੍ਹਿਆ, ਲੇਕਿਨ ਮੈਨੂੰ ਵੀ ਪੋਰਨੋਗ੍ਰਾਫੀ ਮੈਂ ਪਹਿਲੀ ਵਾਰੀ ਦੇਖੀ ਹੈ ਜਦੋਂ ਮੈਂ ਮੈਡੀਕਲ ਕਾਲਜ ਪਹੁੰਚ ਗਿਆ ਸੀਗਾ, ਠੀਕ ਹੈ ਨਾ। ਤੇ ਤੁਸੀਂ ਪੁੱਛਿਆ ਕਿ ਕਿੱਦਾਂ ਲੱਛਣ ਕੀ ਹੁੰਦੇ ਨੇ, ਠੀਕ ਹੈ ਨਾ। ਇੱਕ ਤੁਸੀਂ ਕਿਹਾ ਪੋਰਨੋਗ੍ਰਾਫੀ ਦੇਖਣਾ, ਇੱਕ ਹੈ ਪੋਰਨੋਗ੍ਰਾਫੀ ਐਡਿਕਸ਼ਨ। ਇਹ ਦੋਨੋਂ ਅੱਡ ਨੇ, ਠੀਕ ਹੈ ਨਾ। ਐਡਿਕਸ਼ਨ ਹੈ ਕਿ ਮੈਂ ਬਾਕੀ ਸਾਰੇ ਕੰਮ ਛੱਡ ਰਿਹਾ, ਮੇਰੀ ਬਾਕੀ ਪਰਫਾਰਮੈਂਸ ਇਫੈਕਟ ਹੋ ਰਹੀ ਹੈ। ਇੱਕ ਤੇ ਨਿਸ਼ਾਨੀ ਹੋ ਗਈ ਬਈ ਤੁਹਾਡਾ ਬੱਚਾ ਜਿਹੜਾ ਪੜ੍ਹਾਈ 'ਚ ਪਹਿਲੇ ਆਉਂਦਾ ਸੀਗਾ, ਪਹਿਲੇ ਠੀਕ ਠਾਕ ਕਰਦਾ ਸੀਗਾ, ਉਹ ਪਿੱਛੇ ਰਹਿ ਰਿਹਾ, ਇਹ ਨਿਸ਼ਾਨੀ ਹੋ ਸਕਦੀ ਹੈ। ਉਹ ਕਟਿਆ ਰਹਿੰਦਾ, ਇਹ ਨਿਸ਼ਾਨੀ ਹੋ ਸਕਦੀ ਹੈ। ਇਹ ਘਰੋਂ ਸਮਾਂ ਕੱਢ ਰਿਹਾ, ਇਹ ਇੱਕ ਨਿਸ਼ਾਨੀ ਹੋ ਸਕਦੀ ਹੈ। ਜਾਂ ਥੋੜੇ ਜਿਹੇ ਹੋਰ ਨਸ਼ੇ ਸ਼ੁਰੂ ਹੋ ਗਿਆ, ਕੈਨਾਬਿਸ, ਮਰਵਾਨਾ, ਇਹ ਸ਼ੁਰੂ ਹੋ ਗਿਆ। ਇਹ ਚੀਜ਼ ਨਾਲ ਕੋਈ ਨਸ਼ੇ ਵੱਲ ਵੀ ਜਾ ਸਕਦਾ ਕਿਉਂਕਿ ਐਡਿਕਟਿਵ ਪਰਸਨੈਲਿਟੀ ਹੋ ਜਾਂਦੀ ਹੈ ਨਾ। ਜੇ ਕਿਸੇ ਦੀ ਐਡਿਕਟਿਵ ਪਰਸਨੈਲਿਟੀ ਹੈ ਅਤੇ ਅੱਛਾ ਇਹਦੇ ਇੰਟਰਨੈਟ ਪੋਰਨੋਗ੍ਰਾਫੀ ਤੇ ਕੀ ਹੁੰਦਾ ਹੈ ਕਿ ਇਹਦੇ ਬਾਅਦ ਫਿਰ ਹੋਰ ਐਡਿਕਸ਼ਨ, ਗੇਮਿੰਗ ਡਿਸਆਰਡਰ ਜਾਂ ਇੰਟਰਨੈਟ ਯੂਜ਼ ਡਿਸਆਰਡਰ ਉਸ ਹੋਣ ਦੇ ਚਾਂਸਸ ਵੱਧ ਜਾਂਦੇ ਨੇ, ਠੀਕ ਹੈ ਨਾ। ਤੇ ਇਹ ਸਾਰੇ ਲੱਛਣ ਆਪਾਂ ਦੇਖਣੇ ਨੇ, ਠੀਕ ਹੈ ਨਾ। ਤੇ ਦੂਜੀ ਤੁਸੀਂ ਤੁਹਾਡਾ ਸਵਾਲ ਸੀਗਾ ਕਿ ਪੋਰਨੋਗ੍ਰਾਫੀ ਜਿਹੜੇ ਦੇਖਣਾ, ਵਾਚ ਕਰਨਾ, ਕੀ ਇਹ ਮਨੋਰੋਗ ਦਾ ਇੱਕ ਹਿੱਸਾ ਹੈ? ਪੋਰਨੋਗ੍ਰਾਫੀ ਦੇਖਣਾ ਮਨੋਰੋਗ ਦਾ ਲੱਛਣ ਨਹੀਂ ਹੈ, ਲੇਕਿਨ ਜੇ ਕਿਸੇ ਨੂੰ ਸੈਕਸ਼ੂਅਲ ਆਬਸੈਸ਼ਨ ਹੋ ਜਾਏ, ਸੈਕਸ਼ੂਅਲ ਕੰਪਲਸਿਵ ਡਿਸਆਰਡਰ ਕਹਿੰਦੇ ਆ ਇਹਨੂੰ, ਜਾਂ CSB ਕੰਪਲਸਿਵ ਸੈਕਸ਼ੂਅਲ ਡਿਸਆਰਡਰ ਵੀ ਕਹਿੰਦੇ ਆ, ਠੀਕ ਹੈ ਨਾ। ਉਹਦੇ ਚ ਹੁੰਦਾ ਹੈ ਕਿ ਬੰਦਾ ਐਕਸੈਸਿਵਲੀ ਸਾਰਾ ਦਿਨ ਜਾਂ ਮੋਸਟ ਆਫ ਦਾ ਟਾਈਮ ਸੈਕਸ ਦੇ ਬਾਰੇ ਸੋਚਦਾ ਹੈ, ਜਾਂ ਸੈਕਸ ਦੇ ਬਾਰੇ ਨਹੀਂ ਸੋਚਦਾ ਤੇ ਫਿਰ ਉਹ ਛਟਪਟਾਹਟ ਹੁੰਦੀ ਹੈ, ਆਈਸੋਲੇਸ਼ਨ ਹੁੰਦੀ ਹੈ, ਉਹਦੀ ਪਰਫਾਰਮੈਂਸ ਇਫੈਕਟ ਹੁੰਦੀ ਹੈ, ਐਕਸੈਸਿਵ ਮਾਸਟਰਬੇਸ਼ਨ ਹੁੰਦੀ ਹੈ, ਜਾਂ ਫਿਰ ਦੂਜੇ ਜੈਂਡਰ ਦੇ ਕੋਲ ਜਾਂਦਾ ਹੈ, ਉਹਨਾਂ ਦੇ ਫਿਰ ਸੈਕਸ਼ੂਅਲ ਅਸੌਲਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਨਾਂ ਨੂੰ ਅਪਰੋਚ ਕਰਦਾ ਹੈ। ਉਹ ਡੇਂਜਰਸ ਕੰਮ ਹੈ, ਉਹ ਅੱਡ ਹੈ, ਉਹ ਅੱਡ ਹੈ। ਪੋਰਨੋਗ੍ਰਾਫੀ ਦੇਖਣਾ ਅਗੇਨ ਇਟਸ ਨਾਟ ਅ ਕ੍ਰਾਈਮ, it's a natural phenomenon, but children should have not exposure to pornography, ਠੀਕ ਹੈ ਨਾ। ਬਟ ਕਿਉਰਿਓਸਿਟੀ ਆਨਸਰ ਕਰਨ ਦੇ ਹੋਰ ਵੀ ਤਰੀਕੇ ਹੋ ਸਕਦੇ ਨੇ।
ठीक है ना, जिदा आप गल कर रहे हैं फैमिली मैं अपने बड़े भाई साहब नाल गल कर रहे हैं या मैं अपने बच्चे नाल गल कर रहे हैं कि बई ठीक है बई तुसी भी स्टेज तो गुजरे सीगे किदे सीगे। मेरे मुंडे ने मैंने बड़ा चंगा सवाल पूछा कि बई पापा तुहाडे नाल भी होंदा सीगा तुसी किदां करदे सीगे। मैं बड़े ऑनेस्टली किया बेटा मैं करदा सीगा, बड़ा नैचुरल फिनोमिनन है ते नाइट इरेक्शन होएगी, ह्यूमन फिजियोलॉजिकल रिएक्शन है, जे इरेक्शन होएगी फिर नहीं तो फिर नाइटफॉल होएगी एंड इट्स ए कॉमन थिंग एंड ठीक है बाकी अपने काम करने ने दैट्स अ पार्ट कि तुहाडी बॉडी ग्रो कर रही है ठीक है ना। सो जे ਜਿਹੜਾ ਸਵਾਲੀਆ ਨਿਸ਼ਾਨ ਇਹੀ ਆ ਕਿ ਜੇ ਤਾਂ ਉਹ ਆਪਣੇ ਕੰਮ ਛੱਡ ਕੇ ਉਹ ਸਾਰਾ ਧਿਆਨ ਇੱਧਰ ਦੇ ਰਿਹਾ ਵੀ ਉਹਦੇ ਵਿੱਚ ਆਪਣੇ ਪਰਿਵਾਰ ਨੂੰ ਵੀ ਪਾਸੇ ਰੱਖਤਾ, ਯਾਰਾਂ ਦੋਸਤਾਂ ਨੂੰ ਵੀ ਪਾਸੇ ਰੱਖਤਾ, ਹੋਰ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਉਹ ਟੋਟਲੀ 100% ਆਪਣਾ ਫੋਕਸ ਜਿਹੜੀ ਹੈ ਪੋਰਨੋਗ੍ਰਾਫੀ ਜਾਂ ਇਸ ਤਰ੍ਹਾਂ ਦੀਆਂ ਸਾਈਟਸ ਦੇ ਉੱਪਰ ਜਿਹੜੇ ਜਾ ਮੋਸਟ ਆਫ ਦਾ ਟਾਈਮ 100% ਜਾਂ ਮੋਸਟ ਆਫ ਦਾ ਟਾਈਮ ਇਹ ਲੱਛਣ ਹੋ ਗਏ ਕਿ ਉਹ ਮਨੋਰੋਗ ਦਾ ਸ਼ਿਕਾਰ ਹੁੰਦਾ ਜਾ ਰਿਹਾ ਕਿ ਮੈਂਟਲ ਹੈਲਥ ਦਾ ਇਸ਼ੂ ਨੂੰ ਆਇਆ ਹੋਇਆ। ਹਾਂ ਜੀ ਇਹ ਬਿਲਕੁਲ ਮੈਂਟਲ ਹੈਲਥ ਦਾ ਇਸ਼ੂ ਹੈ ਜੀ। ਸੋ ਆਪਾਂ ਅੱਗੇ ਚੱਲ ਕੇ ਇਹਦੇ ਵਿੱਚੋਂ ਨਿਕਲਣ ਦੇ ਕਾਰਨ ਜਿਹੜਾ ਟ੍ਰੈਪ ਬਣਿਆ ਨਾ ਇਹਦੇ ਵਿੱਚੋਂ ਨਿਕਲਣ ਦੇ ਤਰੀਕੇ ਵੀ ਟਿਪਸ ਵੀ ਜਿਹੜੇ ਆ ਸਾਡੇ ਦਰਸ਼ਕਾਂ ਨੂੰ ਸਾਡੇ ਪੇਰੈਂਟਸ ਜਿਹੜੇ ਦੇਖ ਰਹੇ ਆ ਬੱਚੇ ਵੀ ਦੇਖ ਰਹੇ ਆ ਉਹਨਾਂ ਨੂੰ ਦੱਸਣੇ ਜ਼ਰੂਰ ਆ ਡਾਕਟਰ ਸਾਹਿਬ। ਹੁਣੇ ਦੱਸ ਦਿੰਦੇ ਆ। ਹਾਂਜੀ ਮੈਂ ਇਸ ਤੋਂ ਪਹਿਲਾਂ ਕਿ ਆਪਾਂ ਉਹਨਾਂ ਦੇ ਦੱਸੀਏ ਮੈਂ ਗੇਮਿੰਗ ਡਿਸਆਰਡਰ ਜਿਹੜੀ ਗੇਮ ਦੀ ਐਡਿਕਸ਼ਨ ਹੁੰਦੀ ਹੈ ਗੇਮ ਦੀ ਬੱਚੇ ਅੱਜ ਕੱਲ ਇੰਟਰਨੈਟ ਗੇਮਸ ਦਾ ਵੀ ਬੜਾ ਦੌਰ ਚੱਲਿਆ ਹੋਇਆ ਔਰ ਤੁਸੀਂ ਯਕੀਨ ਕਰਿਓ ਕਿਉਂਕਿ ਮੈਨੂੰ ਇਹਦੇ ਬਾਰੇ ਜਦੋਂ ਪਤਾ ਲੱਗਿਆ ਨਾ ਉਹ ਕਿਵੇਂ ਲੱਗਿਆ ਕਿ ਵੀ ਬੱਚੇ ਨਾ 2-2 4-4 ਇਕੱਠੇ ਗਰੁੱਪ ਬਣਾ ਕੇ ਕੋਈ ਕਿਸੇ ਅਲੱਗ-ਅਲੱਗ ਆਪਣੇ ਘਰਾਂ 'ਚ ਬੈਠੇ ਆ ਔਰ ਗੇਮ ਖੇਡਦੇ ਆ ਔਰ ਇੰਨੀ ਉੱਚੀ ਸ਼ੋਰ ਕਰਦੇ ਆ ਤੁਸੀਂ ਦੇਖੋਗੇ ਕਿ ਉਹਨਾਂ ਦੇ ਹੈੱਡਫੋਨ ਲੱਗੇ ਉਹਨਾਂ ਨੂੰ ਨਹੀਂ ਪਤਾ ਕੀ ਹੋ ਰਿਹਾ ਆਸੇ-ਪਾਸੇ ਔਰ ਉਹਨਾਂ ਦੇ ਆਸੇ-ਪਾਸੇ ਨਿਕਲ ਜਾਓ ਸਾਹਮਣੇ ਨਿਕਲ ਜਾਓ ਉਹਨਾਂ ਨੂੰ ਕੁਛ ਨਹੀਂ ਪਤਾ ਕੋਈ ਸੁੱਧ-ਬੁੱਧ ਨਹੀਂ ਹੁੰਦੀ ਲੇਕਿਨ ਉਹ ਇੰਨੀ ਉੱਚੀ ਬੋਲਦੇ ਆ ਉਹਨਾਂ ਨੂੰ ਐਂ ਲੱਗਦਾ ਕਿ ਸਿਰਫ ਸਾਨੂੰ ਹੀ ਸੁਣ ਰਿਹਾ ਲੇਕਿਨ ਆਸੇ-ਪਾਸੇ ਪੂਰਾ ਸ਼ੋਰ ਮੱਚਿਆ ਹੁੰਦਾ। ਇਹ ਤੁਸੀਂ ਵੀ ਨੋਟ ਕੀਤਾ ਹੋਣਾ। ਹਾਂਜੀ ਪਰ ਇਹ ਜਿਹੜੀ ਚੀਜ਼ ਹੈ ਇਹਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਕਿ ਇਹ ਜਿਹੜੀ ਇਹ ਐਡਿਕਸ਼ਨ ਬਣਦੀ ਜਾ ਰਹੀ ਹੈ ਕਿਵੇਂ ਇਹਨੂੰ ਰੋਕਿਆ ਜਾ ਸਕਦਾ। ਦੂਜਾ ਸਵਾਲ ਇਹ ਨਾਲ ਦੀ ਨਾਲ ਲੱਗਮਾ ਕਿ PUBG ਨਾਮ ਦੀ ਜਿਹੜੀ ਗੇਮ ਆਈ ਸੀ ਜਾਂ ਇਸ ਤਰ੍ਹਾਂ ਦੀਆਂ ਹੋਰ ਵੀ ਗੇਮਸ ਆਈਆਂ ਜਿਨ੍ਹਾਂ ਨੂੰ ਕਈ ਵਾਰੀ ਗਵਰਨਮੈਂਟ ਨੇ ਉਹਨੂੰ ਬੈਨ ਵੀ ਕਰ ਦਿੱਤਾ ਸੀ ਜਿਹਦੇ ਕਰਕੇ ਬੱਚੇ ਆਤਮ ਹੱਤਿਆ ਕਰਨ ਵੱਲ ਵੀ ਤੁਰ ਪੈਂਦੇ ਸੀ ਜਿਹਨੂੰ ਆਪਾਂ ਸੁਈਸਾਈਡ ਇੱਕ ਦੋ ਇਸ ਤਰ੍ਹਾਂ ਦੀਆਂ ਨਿਊਜ਼ ਤੁਸੀਂ ਵੀ ਦੇਖੀਆਂ ਹੋਣੀਆਂ ਵਾਇਰਲ ਹੋਈਆਂ ਕਿ ਬੱਚਿਆਂ ਨੇ ਗੇਮ ਖੇਡਦੇ ਹੋਏ ਹੀ ਆਤਮ ਹੱਤਿਆ ਕਰ ਲਈ ਬਈ ਉਹਨਾਂ ਤੋਂ ਸਟੇਜ ਪਾਰ ਨਹੀਂ ਹੋਈ ਜਾਂ ਜਿਹੜਾ ਉਹਨਾਂ ਨੂੰ ਦਿੱਤਾ ਸੀ ਉਹ ਪਾਰ ਨਹੀਂ ਹੋਇਆ ਤੇ ਉਹਨਾਂ ਨੇ ਆਤਮ ਹੱਤਿਆ ਕਰ ਲਈ ਜਾਂ ਆਤਮ ਹੱਤਿਆ ਕਰਨ ਬਾਰੇ ਸੋਚਿਆ। ਸੋ ਡਾਕਟਰ ਸਾਹਿਬ ਸਵਾਲ ਇਹ ਆ ਵੀ ਇਹ ਇੱਕ ਤਾਂ ਇਹ ਜਿਹੜੀ ਗੇਮ ਡਿਸਆਰਡਰਿੰਗ ਜਿਹੜੀ ਬਣ ਗਈ ਆ ਜਾਂ ਐਡਿਕਸ਼ਨ ਦੀ ਸਥਿਤੀ ਬਣ ਗਈ ਆ ਉਹਨੂੰ ਬੱਚੇ ਨੂੰ ਕਿਵੇਂ ਰੋਕਿਆ ਜਾ ਸਕਦਾ ਔਰ ਇਹ ਜੇ ਐਡਿਕਸ਼ਨ ਦੇ ਥਰੂ ਜੇ ਉਹ ਆਤਮ ਹੱਤਿਆ ਤੱਕ ਸੋਚ ਲੈਂਦਾ ਵੀ ਮੇਰੇ ਤੋਂ ਜੇ ਇਹ ਮੇਰੇ ਤੋਂ ਸਟੇਜ ਪਾਰ ਨਾ ਹੋਈ ਤਾਂ ਮੈਂ ਸੁਈਸਾਈਡ ਕਰ ਲੈਣਾ ਤਾਂ ਉਹ ਕਿਵੇਂ ਇਸ ਚੀਜ਼ ਨੂੰ ਬਚਾ ਸਕਦੇ ਆ ਰੋਕਿਆ ਕਿਵੇਂ ਜਾ ਸਕਦਾ। बहुत इंपॉर्टेंट टॉपिक है। थैंक यू सो मच तुसीं इन्ना इंपॉर्टेंट टॉपिक चुकिया है। आई एम वेरी ग्रेटफुल टू यू। तो जो पहला सवाल सीगा कि गेमिंग का देखो 61% ऑफ कैनेडियन पॉपुलेशन वो कहती है कि असी गेम खेडते हैं वी आर गेमर्स 61% जी। ते सर्वे होया सीगा कि मोस्ट ऑफ द पीपल दे आर बिटवीन द एज ऑफ 39 to 42। हालांकि शक है कि सारे लोगों ने ईमानदारी नाल जवाब नहीं सी दिता जी। ਤੇ ਇਹ ਕਹਿੰਦੇ ਕਿ ਇਹ ਯੂਥ ਵਿੱਚ ਜ਼ਿਆਦਾ ਹੈਗਾ ਮੇਲ ਜ਼ਿਆਦਾ ਹੈਗਾ ਠੀਕ ਹੈ ਨਾ ਗੇਮਿੰਗ ਦਾ। ਗੇਮਿੰਗ ਕਰਕੇ ਕਿਉਂਕਿ ਗੇਮਿੰਗ ਇੱਕ ਐਡਿਕਟਿਵ ਤੁਹਾਡਾ ਜਿਹੜਾ ਸਾਡੇ ਬ੍ਰੇਨ ਦੀ ਐਡਿਕਟਿਵ ਪਰਸਨੈਲਿਟੀ ਹੁੰਦੀ ਹੈ ਨਾ ਉਹਨੂੰ ਸ਼ਾਂਤ ਕਰਦਾ ਹੈ। ਇੱਕ ਪਦਾਰਥ ਹੁੰਦਾ ਹੈ ਦਿਮਾਗ ਦੇ ਵਿੱਚ ਡੋਪਾਮਾਈਨ ਠੀਕ ਹੈ ਡੋਪਾਮਾਈਨ ਨਾਂ ਦਾ ਇੱਕ ਪਦਾਰਥ ਹੁੰਦਾ ਹੈ ਉਹ ਜਿਹੜਾ ਹੈ ਉਹ ਤੁਹਾਡਾ ਪਲੇਜ਼ਰ ਵਾਸਤੇ ਇੰਪੋਰਟੈਂਟ ਹੈ। ਮਾਫ ਕਰਨਾ ਡਾਕਟਰ ਸਾਹਿਬ ਇੱਥੋਂ ਹੀ ਲੜੀ ਸ਼ੁਰੂ ਕਰ ਲਿਓ ਇੱਕ ਕਾਲ ਲੈ ਲਈਏ ਫਿਰ ਉਸ ਤੋਂ ਬਾਅਦ ਆਪਾਂ ਚਰਚਾ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜੀ ਸਤਿ ਸ਼੍ਰੀ ਅਕਾਲ ਥੋੜੀ ਜੀ ਆਪਣੀ ਆਵਾਜ਼ ਉੱਚੀ ਰੱਖਿਓ ਤੁਹਾਡੀ ਆਵਾਜ਼ ਘੱਟ ਆ ਸੁਣਾਈ ਦੇ ਰਹੀ ਹੈ। ਹਾਂਜੀ ਮੇਰਾ ਕੁਐਸਚਨ ਇਸ ਟੌਪਿਕ ਦੇ ਰਿਲੇਟਡ ਤਾਂ ਨਹੀਂ ਹੈਗਾ ਪਰ ਥੋੜਾ ਮਿਲਦਾ ਜੁਲਦਾ ਜੀ। ਜਿੱਦਾਂ ਮੇਰੇ ਹਸਬੈਂਡ ਆ ਹਨਾ ਉਹਨਾਂ ਨੂੰ ਬੜੀ ਜਸਟ ਆਦਤ ਹੀ ਆ ਬਸ ਫੇਸਬੁੱਕ ਤੋਂ ਉਂਗਲੀਆਂ ਮਾਰੀ ਜਾਂਦੀ ਹਨਾ ਜਦੋਂ ਵੀ ਉਹਨਾਂ ਨੂੰ 1 ਮਿੰਟ ਮਿਲਦਾ ਆ ਜਦੋਂ ਵੀ 2 ਮਿੰਟ ਮਿਲਦੇ ਆ ਫ੍ਰੀ ਟਾਈਮ ਜਿਹਨਾਂ ਨੇ ਫੋਨ ਚੱਕ ਕੇ ਫਟਾਫਟ ਫੇਸਬੁੱਕ ਦੇਖਣ ਲੱਗ ਜਾਣੀ ਹੈ ਹਨਾ। ਈਵਨ ਸੌਣ ਤੋਂ ਪਹਿਲਾਂ ਵੀ ਦੇਖਦੇ ਆ ਕਈ ਵਾਰ ਜੇ ਰਾਤ ਨੂੰ ਜਾਗ ਆਏ ਦੀ ਬਾਥਰੂਮ ਵੀ ਉਦੋਂ ਫੇਸਬੁੱਕ ਚੈੱਕ ਕਰ ਲੈਂਦੇ ਆ। ਇਸ ਚੀਜ਼ ਤੋਂ ਬਚਣ ਦਾ ਕੀ ਤਰੀਕਾ ਹੋ ਸਕਦਾ? ਮੈਨੂੰ ਬਹੁਤ ਇਰੀਟੇਟ ਕਰਦੀ ਹੈ ਇਹ ਚੀਜ਼। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਵਾਲ ਜਿਹੜਾ ਡਾਕਟਰ ਸਾਹਿਬ ਤੱਕ ਪਹੁੰਚ ਗਿਆ ਔਰ ਆਪ ਜਾਣਦੇ ਆ ਤੁਹਾਡੇ ਸਵਾਲ ਦਾ ਕੀ ਉਸ ਆਨਸਰ ਦਿੰਦੇ ਆ। ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਤੁਸੀਂ ਆਫ ਦੀ ਏਅਰ ਸੁਣ ਲਓ ਬਹੁਤ ਸ਼ੁਕਰੀਆ
ਡਾਕਟਰ ਸਾਹਿਬ ਇੱਕ ਇਸ ਤੋਂ ਪਹਿਲਾਂ ਕਿ ਜਿਹੜਾ ਤੁਸੀਂ ਉਹ ਦੱਸ ਰਹੇ ਸੀ ਨਾ ਡੋਪਾਮਾਈਨ ਬਾਰੇ, ਆਪਾਂ ਉਹ ਲੜੀ ਸ਼ੁਰੂ ਕਰਾਂਗੇ। ਪਹਿਲਾਂ ਮੇਰੇ ਕਾਲਰ ਦਾ ਜਿਹੜਾ ਜਵਾਬ ਦੇ ਦਿਓ ਕਿ ਉਹ ਫੇਸਬੁੱਕ ਦਾ ਉੱਪਰ ਦੇਖਣਾ ਜਾਂ 2 ਮਿੰਟ ਬਾਅਦ ਵੀ ਕਿੰਨੇ ਕੁ ਲਾਈਕ ਹੋ ਗਏ, ਕਿੰਨੇ ਕੁ ਵਿਊ ਹੋ ਗਏ, ਇਹ ਚੀਜ਼ਾਂ ਦੇਖਣ ਦਾ ਜਿਹੜਾ ਹੈ ਰੁਝਾਨ ਹੈ ਜੀ। ਇਹ ਬੜੀ ਕਾਮਨ ਜੀ ਬਿਮਾਰੀ ਹੈ, ਭੈਣ ਜੀ ਨੇ ਦੱਸੀ ਹੈ, ਉਹਨਾਂ ਨੇ ਹਸਬੈਂਡ ਨੂੰ ਹੈਗਾ। ਇਹਨੂੰ ਇੰਟਰਨੈਟ ਯੂਜ਼ ਡਿਸਆਰਡਰ ਦੇ ਨਾਲ ਅਸੀਂ ਜੋੜ ਸਕਦੇ ਹਾਂ ਕਿ ਇੱਕ ਤੇ ਫੇਸਬੁੱਕ ਹੀ ਹੋ ਗਿਆ ਕਿ ਬਈ ਫੇਸਬੁੱਕ ਤੇ ਤੁਸੀਂ ਕਿਹਾ ਕਿ ਲਾਈਕਸ ਵਿਊਜ਼, ਕਿਉਂਕਿ ਸਾਰਿਆਂ ਨੂੰ ਦੇਖੋ ਸਾਨੂੰ ਅਸੀਂ ਸੋਸ਼ਲ ਐਨੀਮਲ ਹੈਗੇ, ਸਮਾਜਿਕ ਪ੍ਰਾਣੀ ਜਿਹਨੂੰ ਕਹਿੰਦੇ ਮਨੁੱਖ ਜਿਹੜਾ ਸਮਾਜਿਕ ਪ੍ਰਾਣੀ ਹੈਗਾ, ਤੇ ਸਾਨੂੰ ਅੰਦਰੋਂ ਇੱਕ ਚਾਹ ਹੁੰਦੀ ਹੈ ਕਿ ਸਾਡੀ ਕੋਈ ਤਾਰੀਫ ਕਰੇ, ਠੀਕ ਹੈ ਨਾ, ਸਾਡੀ ਸ਼ੌਹਰਤ ਦੀ ਭੁੱਖ ਹੁੰਦੀ ਹੈ। ਹਾਂਜੀ, ਭੁੱਖ ਹੁੰਦੀ ਹੈ, ਰਾਈਟ, ਕਰੈਕਟ ਵਰਡ ਇਜ਼ ਭੁੱਖ, ਬਿਕਾਜ਼ ਸਾਨੂੰ ਲੱਗਦਾ ਹੈ ਕਿ ਬਈ ਅੰਦਰੋਂ ਇੱਕ ਕ੍ਰੇਵਿੰਗ ਹੁੰਦੀ ਹੈ ਕਿ ਮੈਨੂੰ ਸਾਰੇ ਪਸੰਦ ਕਰਨ, ਇੱਕ ਮੈਂ ਫੋਟੋ ਲਾਈ ਹੈ ਸਾਰੇ ਮੈਨੂੰ ਲਾਈਕ ਕਰਨ, ਵੀ ਦੇਖਾਂ ਤਾਂ ਸਹੀ ਕਿੰਨੇ ਕੁ ਹੋ ਗਏ। ਹਾਂਜੀ ਹਾਂਜੀ ਜੀ। ਉਹ ਇਹ ਸਾਡੀ ਪਰਸਨੈਲਿਟੀ ਹੈ ਨਾ, ਇਹ ਥੋੜੀ ਡੇਂਜਰਸ ਹੋ ਸਕਦੀ ਹੈ। ਕਈ ਵਾਰੀ ਤੇ ਲੋਕੀ ਪੈਸੇ ਲੈ ਕਰਕੇ ਲਾਈਕ ਕਰਵਾਉਂਦੇ ਨੇ ਜਾਂ ਫਿਰ ਫੈਨ ਫੋਲੋਇੰਗ ਕਰਦੇ ਨੇ, ਜਾਂ ਤੁਸੀਂ ਦੇਖੋ ਕਿ ਕਈ ਲੋਕਾਂ ਦੇ ਕਿੰਨੇ 500 1000 ਫਰੈਂਡ ਹੁੰਦੇ ਨੇ ਤੇ ਬੰਦਾ ਇਕੱਲਾ ਹੁੰਦਾ ਹੈ ਨਾ ਜੀ। ਤੇ ਸੋਸ਼ਲ ਫਰੈਂਡਸ਼ਿਪ ਇਜ਼ ਨਾਟ ਦ ਸੇਮ ਐਜ਼ ਪਰਸਨਲ ਫਰੈਂਡਸ਼ਿਪ, ਹੈ ਨਾ। ਬਾਕੀ ਕਿੱਦਾਂ ਛਡਵਾ ਸਕਦੇ ਨੇ ਉਹਦੇ ਇਲਾਜ ਨੇ ਕਿ ਫੇਸਬੁੱਕ ਜਾਂ ਇੰਟਰਨੈਟ ਖੁਦ ਹੀ ਆਪੇ ਰਿਸਟ੍ਰਿਕਟ ਕਰਨਾ ਹੈ, ਤੁਸੀਂ ਆਪੇ ਰੈਗੂਲੇਟ ਕਰਨਾ ਹੈ ਕਿ ਭਾਈ ਮੈਂ ਅੱਧਾ ਘੰਟਾ ਜਾਂ ਘੰਟਾ 2 ਘੰਟਾ, ਆਪਾਂ ਕਹਿੰਦੇ ਕਿ 2 ਘੰਟੇ ਤੋਂ ਜ਼ਿਆਦਾ ਇੰਟਰਨੈਟ ਜਾਂ ਸਕਰੀਨ ਟਾਈਮ ਕਿਸੇ ਦੇ ਵੀ ਬੰਦੇ ਦਾ ਜਿਹੜਾ 10 ਸਾਲ ਤੋਂ ਉੱਤੇ ਹੈਗਾ ਉਹਨੂੰ 2 ਘੰਟੇ ਤੋਂ ਜ਼ਿਆਦਾ ਨਾਨ ਵਰਕ ਰਿਲੇਟਡ ਨਹੀਂ ਕਰਨਾ ਚਾਹੀਦਾ। ਉਸ ਤੋਂ ਜ਼ਿਆਦਾ ਕਰ ਰਿਹਾ ਹੈ ਤੇ ਫਿਰ ਉਹ ਜ਼ਿਆਦਾ ਕਰ ਰਿਹਾ ਤੇ ਉਹ ਐਡਿਕਸ਼ਨ ਹੈ, ਉਹਨੂੰ ਫਿਰ ਉਹਦਾ ਇਲਾਜ ਹੁੰਦਾ ਹੈ। ਇੱਕ ਤੇ ਥੈਰੇਪੀ ਹੁੰਦੀ ਹੈ, ਇਹਦੀ ਕਿਸੇ ਥੈਰੇਪਿਸਟ ਕੋਲ ਜਾ ਸਕਦੇ ਹੋ, ਉਹਦੇ ਵੱਲ ਕੋਗਨੀਟਿਵ ਬਿਹੇਵੀਅਰ ਥੈਰੇਪੀ ਨਾਲ ਦੀ ਬਿਮਾਰੀ ਹੁੰਦੀ ਹੈ। ਬਾਕੀ ਬੰਦੇ ਨੂੰ ਖੁਦ ਹੀ ਕਰਨਾ ਛੱਡਣਾ ਪੈਂਦਾ, ਜਿੱਦਾਂ ਐਲਕੋਹਲ ਐਡਿਕਸ਼ਨ ਦਾ ਇਲਾਜ ਹੁੰਦਾ ਹੈ ਉਸ ਤਰ੍ਹਾਂ ਇੰਟਰਨੈਟ ਦਾ ਵੀ ਇਲਾਜ ਹੁੰਦਾ ਹੈ। ਜੀ ਜੀ। ਸੋ ਹੁਣ ਆਪਾਂ ਉਧਰ ਨੂੰ ਆਈਏ ਕਿ ਤੁਸੀਂ ਡੋਪਾਮਾਈਨ ਬਾਰੇ ਦੱਸ ਰਹੇ ਸੀ ਕਿ ਬੱਚਿਆਂ ਅੰਦਰ ਜਿਹੜੇ ਗੇਮਿੰਗ ਐਡਿਕਸ਼ਨ ਹੈ, ਤੇ ਮੈਂ ਪੁੱਛਿਆ ਸੀਗਾ ਕਿ ਵੀ ਬੱਚੇ ਗੇਮ ਖੇਡਦੇ ਕਈ ਵਾਰੀ ਇਹ ਪ੍ਰੇਰਿਤ ਹੋ ਜਾਂਦੇ ਆ ਕਿ ਮੈਂ ਸੁਸਾਈਡ ਕਰ ਲਾਂ ਜੇ ਮੈਥੋਂ ਇਹ ਜਿਹੜਾ ਹੈ ਕਿ ਸਟੇਜ ਨਾ ਪਾਰ ਹੋਈ। ਹਾਂਜੀ, ਦੇਖੋ 2 ਸਵਾਲ ਨੇ। ਇੱਕ ਤੇ ਡੋਪਾਮਾਈਨ ਪਦਾਰਥ ਕਰਕੇ ਤੁਹਾਨੂੰ ਫਿਰ ਪਲੇਜ਼ਰ ਵਾਸਤੇ ਇੰਪੋਰਟੈਂਟ ਹੈਗਾ। ਗੇਮਿੰਗ ਜਿਹੜਾ ਹੈ ਨਾ ਉਹ ਬੜੇ ਲੂਕਰੇਟਿਵ ਜੇ ਬੜੇ ਸਕਰੀਨ ਜੇ ਬਣਾਉਂਦੇ ਨੇ, ਸਦਾ ਸਾਊਂਡ ਉਹਦੇ ਸਕਰੀਨ ਇਦਾਂ ਹੁੰਦੇ ਨੇ ਕਿ ਤੁਹਾਨੂੰ ਇੱਕ ਰਿਵਾਰਡ ਮਿਲਦਾ ਹੈ, ਠੀਕ ਹੈ ਨਾ। ਤੁਸੀਂ ਇੱਕ ਲੈਵਲ ਪਾਸ ਕਰਦੇ ਹੋ ਫਿਰ ਉਹਨੂੰ ਰਿਵਾਰਡ ਮਿਲਦਾ ਹੈ। ਉਹ ਜਿਹੜਾ ਤੁਸੀਂ ਰਿਵਾਰਡ ਕਰਦੇ ਹੋ ਨਾ, ਜਿਹੜਾ ਗੈਂਬਲਿੰਗ ਕਰਦੇ ਹੋ ਇੱਕ ਕਿਸਮ ਦੇ ਨਾਲ, ਉਹਦੇ ਨਾਲ ਡੋਪਾਮਾਈਨ 10 ਗੁਣਾ ਰਿਲੀਜ਼ ਹੁੰਦਾ ਹੈ ਐਜ਼ ਕੰਪੇਅਰ ਟੂ ਐਨੀ ਅਦਰ ਪਲੇਜ਼ਰੇਬਲ ਐਕਟੀਵਿਟੀ, ਠੀਕ ਹੈ ਨਾ। ਤੇ ਤੁਹਾਨੂੰ ਗੇਮਿੰਗ ਕੀ ਕਰਦੇ ਨੇ, ਸ਼ੁਰੂ ਸਾਰੇ ਲੈਵਲ ਜਿਹੜੇ ਨੇ ਬੜੇ ਆਸਾਨ ਜਿਹੇ ਰੱਖਦੇ ਨੇ ਕਿ ਤੁਸੀਂ ਕਰ ਸਕਦੇ ਹੋ। ਉਹ ਦਿਖਾਉਂਦੇ ਨੇ ਕਿ ਬੜਾ ਫੇਅਰ ਸਿਸਟਮ ਹੈ, ਰਾਦਰ ਦੈਨ ਤੁਸੀਂ ਲੋਟਰੀ ਲਈ, ਉਹ ਲੋਟਰੀ ਫੇਅਰ ਨਹੀਂ ਹੈਗੀ। ਗੇਮਿੰਗ ਹੈਗਾ ਕਿ ਤੁਸੀਂ ਬੜਾ ਫੇਅਰ ਜਿਹਾ ਖੇਲ ਰਹੇ ਹੋ, ਤੁਸੀਂ ਕਰਦੇ ਜਾ ਰਹੇ ਹੋ ਲੈਵਲ 1 ਲੈਵਲ 2 ਲੈਵਲ 3 ਲੈਵਲ 4 ਲੈਵਲ 5 ਵੱਧਦਾ ਜਾਂਦਾ ਹੈ। ਜੇ ਤੁਹਾਨੂੰ ਉਹ ਟਾਈਟਲ ਫੜਾ ਦਿੰਦੇ ਨੇ ਮਾਸਟਰ, ਸੈਰੇਮਨੀ, ਪਰਫੈਕਟ, PhD, ਜਿੱਦਾਂ ਤੁਸੀਂ ਵੱਧਦਾ ਜਾਂਦੇ ਹੋ ਤੇ ਤੁਸੀਂ ਯੂ ਫੀਲ ਇੰਪੋਰਟੈਂਟ, ਤੁਹਾਨੂੰ ਚੰਗਾ ਲੱਗਦਾ ਹੈ, ਤੁਸੀਂ ਲੱਗਦਾ ਹੈ ਮੈਂ ਮਾਸਟਰੀ ਕੀਤੀ ਹੈ, ਮੇਰੇ ਕੋਲ ਸਕਿੱਲ ਹੈਗਾ ਜੀ, ਠੀਕ ਹੈ ਨਾ, ਤੇ ਤੁਹਾਨੂੰ ਚੰਗਾ ਲੱਗਦਾ ਹੈ। ਦੂਜੀ ਗੱਲ ਜਿਹੜੀ ਸੁਸਾਈਡ ਦੀ ਹੈਗੀ, ਉਹ ਗੇਮ ਤੇ ਬਿਲਕੁਲ ਬੈਨ ਕੀਤੇ ਨੇ ਤੇ ਉਹ ਹੁੰਦਾ ਸੀਗਾ ਡੇਅਰ ਕਰਦੇ ਸੀਗੇ ਤੁਹਾਨੂੰ 50 ਦਿਨ ਚ 30 ਦਿਨ ਚ ਇੰਨੀ ਟਾਸਕ ਕਰਨੀ ਹੈ, ਜੇ ਤੁਸੀਂ ਨਹੀਂ ਕਰ ਸਕਦੇ ਤੁਸੀਂ ਸੁਸਾਈਡ ਕਰੋ, ਠੀਕ ਹੈ ਨਾ। ਉਹਦੇ ਲਈ ਬੜਾ ਇੰਪੋਰਟੈਂਟ ਹੈਗਾ। ਮੈਂ ਜਨਰਲ ਇੰਟਰਨੈਟ ਵਾਸਤੇ ਦੱਸਦਾ ਕਿ ਬੱਚਿਆਂ ਦੇ ਰੂਮ ਵਿੱਚ ਰਾਤੀ ਮੋਬਾਈਲ ਨਹੀਂ ਹੋਣਾ ਚਾਹੀਦਾ, ਠੀਕ ਹੈ ਨਾ। ਤੇ ਇਸ ਜਨਰਲ ਰੂਲ ਬਣਾ ਲਓ ਕਿ ਭਈ ਬੱਚਿਆਂ ਵਾਸਤੇ ਕਿ your phone will remain with you, ਤੁਹਾਡੇ ਕੋਲ ਹੀ ਰਹੇਗਾ ਦਿਨ ਵਿੱਚ, ਤੁਸੀਂ ਕੰਮ ਕਰਨਾ ਹੈ। ਬਿਕਾਜ਼ ਬੱਚਿਆਂ ਤੋਂ ਫੋਨ ਲੈਣ ਦਾ ਕੋਈ ਉਹ ਸੋਲੂਸ਼ਨ ਨਹੀਂ ਆਏਗਾ, ਠੀਕ ਹੈ ਨਾ। ਇਟਸ ਉਹਨਾਂ ਦੀ ਪੜ੍ਹਾਈ ਵੀ ਉਹਦੇ ਵਿੱਚ ਹੈ, ਸੋਸ਼ਲ ਲਾਈਫ ਵੀ ਹੈ, ਉਹ ਰਿਸਟ੍ਰਿਕਟ ਨਹੀਂ ਕਰਨੀ ਆਪਾਂ। ਬਟ ਰਾਤੀ ਉਹਨਾਂ ਨੂੰ 2 ਵਜੇ ਦਾ ਮੈਨੂੰ ਨਹੀਂ ਹੈ ਕਿ ਚੈਟ ਕਰੇ ਕਿਸੇ ਦੇ ਨਾਲ, that is not acceptable and that is not even explainable, ਉਹ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ? ਉਹਦੇ ਤਾਂ ਸਿੱਧੇ ਤੁਹਾਨੂੰ ਲੱਛਣ ਨਜ਼ਰ ਆ ਹੀ ਰਹੇ। ਹਾਂਜੀ, ਰਾਤੀ 2 ਵਜੇ ਕੋਈ ਬੰਦਾ ਬਾਥਰੂਮ ਜਾ ਰਿਹਾ, ਕਿਸੇ ਬਹਾਨੇ ਕਰਕੇ ਫੋਨ ਯੂਜ਼ ਕਰ ਰਿਹਾ, ਫੋਨ ਫਿਰ ਤੁਸੀਂ ਆਪਣੇ ਕਮਰੇ 'ਚ ਰੱਖ ਲਓ, ਪੇਰੈਂਟਸ ਨੂੰ ਕਹਿਣਾ। ਦੂਜਾ ਪੈਰੈਂਟਲ ਕੰਟਰੋਲ, consider using parental control on the screen ਜੀ। ਤੀਜੀ ਮੈਂ ਸਭ ਤੋਂ ਜਿਹੜੀ ਯੂਸਫੁਲ ਚੀਜ਼ ਮੰਨਦਾ ਕਿ ਤੁਸੀਂ ਬੱਚਿਆਂ ਦੇ ਨਾਲ ਬੈ ਕੇ ਖੇਡੋ, ਠੀਕ ਹੈ ਨਾ। ਉਹ ਜਿਹੜੇ ਗੇਮ ਨੇ ਉਹ ਤੁਸੀਂ ਕੁਝ ਗੇਮ, ਮੈਂ ਸਾਰੇ ਨਹੀਂ ਕਹਿ ਰਿਹਾ, ਬਿਕੋਜ਼ ਕੁਝ ਗੇਮ ਨੇ ਕਿ ਜਿਹੜਾ ਮੈਂ ਚਾਹਨਾ ਮੈਂ ਆਪਣੇ ਦੋਸਤਾਂ ਦੇ ਨਾਲ ਖੇਡਾਂ, ਮੈਂ ਆਪਣੇ ਫਾਦਰ ਦੇ ਨਾਲ ਨਹੀਂ ਖੇਡਣਾ ਚਾਹੁੰਦਾ, that is totally fine,
ਬਟ ਮੈਂ ਆਪਣੇ ਫਾਦਰ ਨਾਲ ਕੁਝ ਗੇਮ ਖੇਡ ਸਕਦਾ, ਠੀਕ ਹੈ ਨਾ, ਜਾਂ ਮੈਂ ਆਪਣੇ ਦਾਦਾ ਜੀ ਨੂੰ ਕੁਝ ਗੇਮ ਸਿਖਾ ਸਕਦਾ, ਆਪਣੇ ਨਾਨਾ ਜੀ ਨੂੰ ਕੁਝ ਗੇਮ ਸਿਖਾ ਸਕਦਾ। ਦੈਟ ਵੇ ਤੁਸੀਂ ਟਾਈਮ ਇਕੱਠੇ ਵੀ ਸਪੈਂਡ ਕਰ ਸਕਦੇ ਹੋ, ਠੀਕ ਹੈ ਨਾ, ਤੇ ਕੋਈ ਡਿਸਕਨੈਕਟ ਵੀ ਨਹੀਂ ਹੁੰਦਾ, ਠੀਕ ਹੈ ਨਾ, ਤੇ ਸੇਫਟੀ ਵੀ ਰਹਿੰਦੀ ਹੈ। ਤੇ ਥੋੜਾ ਜਿਹਾ ਚੈੱਕ ਕਰਨਾ ਪੈਂਦਾ ਬੱਚਿਆਂ ਨੂੰ, ਜਵਾਕਾਂ ਨੂੰ, ਕਿ ਬਈ ਕੀ ਕਰ ਰਹੇ ਨੇ, ਠੀਕ ਕਰ ਰਹੇ ਨੇ, ਜੇ ਕਰ ਰਹੇ ਨੇ ਉਹਨਾਂ ਤੇ ਗੱਲ ਕਰੋ। ਇੰਟਰਨੈਟ ਸੇਫਲੀ ਕਿੱਦਾਂ ਯੂਜ਼ ਕਰਨਾ ਹੈ, ਆਪਣੀ ਪਰਸਨਲ ਇਨਫੋਰਮੇਸ਼ਨ ਕਿਸੇ ਨੂੰ ਨਹੀਂ ਦੇਣੀ, ਬਿਕੋਜ਼ ਇਹ ਜਿਹੜਾ ਹੈਗਾ ਬੜਾ ਸਕੈਮ ਹੋ ਰਿਹਾ ਸੀਗਾ ਔਰ ਹਜੇ ਵੀ ਹੋ ਰਿਹਾ ਹੈ ਕਿ ਬੱਚਿਆਂ ਨੂੰ ਸਾਈਟਸ ਤੇ ਲੈ ਜਾਂਦੇ ਹੈਗੇ, ਉਹਨਾਂ ਤੋਂ ਫਿਰ ਉਹ ਨਿਊਡ ਫੋਟੋ ਲੈਂਦੇ ਨੇ ਜਾਂ ਪਰਸਨਲ ਇਨਫੋਰਮੇਸ਼ਨ ਲੈਂਦੇ ਨੇ, ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ, ਬੱਚੇ ਫਿਰ ਸੰਗਦੇ ਨੇ ਪੇਰੈਂਟਸ ਨੂੰ ਸੱਚ ਦੱਸਣ ਤੋਂ। ਜੀ, ਔਰ ਇਹ ਕਈ ਵਾਰੀ ਨਤੀਜਾ ਇੱਥੋਂ ਤੱਕ ਵੀ ਸਾਹਮਣੇ ਆਉਂਦੇ ਆ ਕਿ ਵੀ ਕਈ ਵਾਰੀ ਆਪਣੇ ਪੇਰੈਂਟਸ ਦੀ ਗੱਲ ਕਰੀਏ ਤਾਂ ਪੇਰੈਂਟਸ ਆਪਣੇ ਬੱਚੇ ਨੂੰ ਵੀ ਗਵਾ ਪੈਂਦੇ ਆ, ਕਿਉਂਕਿ ਜੇ ਉਹ ਜਦੋਂ ਡਰ ਜਾਂਦਾ ਹੈ ਕਿ ਵੀ ਮੈਂ ਵੀ ਆਪਣੀ ਨਿਊਡ ਪਿਕਚਰ ਸ਼ੇਅਰ ਕੀਤੀ ਆ ਉਹਦੇ ਨਾਲ, ਮੈਂ ਉਹਦੀਆਂ ਨਿਊਡ ਪਿਕਚਰਸ ਦੇਖੀਆਂ, ਤਾਂ ਵੀ ਜੇ ਕਿਤੇ ਕੋਈ ਕੱਲ ਨੂੰ ਗੱਲ ਹੋਊਗੀ ਤਾਂ ਮੇਰੇ ਘਰੇ ਪਹੁੰਚੂ ਗੱਲ, ਪੁਲਿਸ 'ਚ ਪਹੁੰਚੂਗੀ, ਮੈਨੂੰ ਐ ਹੋ ਜੂ, ਇਹ ਹੋ ਜੂ। ਕਿਉਂਕਿ ਜਿਹੜੀ ਚੀਜ਼ ਤੁਹਾਡੇ, ਜਿਵੇਂ ਹੁਣ ਅੱਜ ਤੁਸੀਂ ਮੈਚਿਓਰ ਆ, ਮੈਂ ਮੈਚਿਓਰ ਆ, ਜੋ ਅਸੀਂ ਸੋਚ ਸਕਦੇ ਹਾਂ ਬੱਚੇ ਨਹੀਂ ਸੋਚ ਸਕਦੇ। ਕਰੈਕਟ। ਜੋ ਉਹਨਾਂ ਅੰਦਰ ਮੈਚਿਓਰਿਟੀ ਦਾ ਇੱਕ ਲੈਵਲ ਆ, ਉਹ ਇਹੀ ਸੋਚਦੇ ਆ ਕਿ ਜੇ ਮੇਰੇ ਘਰੇ ਪਤਾ ਲੱਗ ਗਿਆ, ਮੇਰੇ ਪੇਰੈਂਟਸ ਨੂੰ ਪਤਾ ਲੱਗ ਗਿਆ, ਪੁਲਿਸ ਨੂੰ ਪਤਾ ਲੱਗ ਗਿਆ, ਸਮਾਜ ਨੂੰ ਪਤਾ ਲੱਗ ਗਿਆ, ਮੇਰੇ ਦੋਸਤਾਂ ਨੂੰ ਪਤਾ ਲੱਗ ਗਿਆ, ਪਤਾ ਨਹੀਂ ਕੀ ਹੋ ਜੂ। ਉਹ ਜਿਸ ਕਰਕੇ ਉਹ ਇੰਨਾ ਕੁ ਜ਼ਿਆਦਾ ਡੀਪ ਡਾਊਨ ਚਲੇ ਜਾਂਦੇ, ਕਹ ਲਓ ਕਿ ਵੀ ਖੁੱਭ ਜਾਂਦੇ ਆ, ਵੀ ਮੈਂ ਉਸ ਚੋਂ ਨਿਕਲਣਾ ਬੜਾ ਮੁਸ਼ਕਲ ਹੋ ਜਾਂਦਾ। ਔਰ ਮੈਨੂੰ ਇਹ ਲੱਗਦਾ ਕਿ ਸ਼ਾਇਦ ਉਹ ਮੈਂਟਲ ਹੈਲਥ ਜਿਹੜਾ ਇਸ਼ੂ ਹੈ, ਸਟਾਰਟਿੰਗ ਜਿਹੜਾ ਪੁਆਇੰਟ ਆ ਉੱਥੋਂ ਸ਼ੁਰੂ ਹੋ ਜਾਂਦਾ। ਬਿਲਕੁਲ ਜੀ, ਉਹ ਫੀਅਰ ਦਿੰਦੇ ਨੇ ਨਾ, ਜਿਹੜੇ ਉਹ ਇੱਕ ਕਿਸੇ ਦੇ ਨਾਲ ਤੁਹਾਨੂੰ ਇੰਟਰਨੈਟ ਤੇ ਬੁਲਿੰਗ ਕਰ ਰਹੇ ਨੇ, ਔਰ ਜਿਹੜੇ ਤੁਹਾਨੂੰ ਕੋਲ ਡਰਾ ਦਿੰਦੇ ਨੇ ਕਿ ਡਰ ਦੀ ਜਿਹੜੀ ਤਾਕਤ ਹੈ ਕਿ ਤੁਹਾਨੂੰ, ਕਿ ਤੁਸੀਂ ਹੈਲਪਲੈਸ ਫੀਲ ਕਰਦੇ ਹੋ, ਨਾ ਤੁਸੀਂ ਪੇਰੈਂਟਸ ਕੋਲ ਜਾਣ ਸਹਿਜ ਹੁੰਦੇ ਹੋ, ਨਾ ਟੀਚਰਸ ਨੂੰ ਦੱਸਣ ਸਹਿਜ ਹੁੰਦੇ ਹੋ, ਨਾ ਫਰੈਂਡ ਨੂੰ ਦੱਸਦੇ ਹੋ, ਤੇ ਫਿਰ ਬੱਚੇ ਫਿਰ ਸੁਸਾਈਡ ਦਾ ਸ਼ਿਕਾਰ ਹੋ ਸਕਦੇ ਨੇ, ਉਹਨਾਂ ਨੂੰ ਮੈਂਟਲ ਹੈਲਥ ਦੀ ਪ੍ਰੋਬਲਮ ਹੋ ਸਕਦੀ ਹੈ, ਡਿਪਰੈਸ਼ਨ ਹੋ ਸਕਦੀ ਹੈ। ਤੇ ਓਪਨ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ ਪੇਰੈਂਟਸ ਤੇ ਬੱਚਿਆਂ ਦੇ ਵਿੱਚ। ਕਮਿਊਨੀਕੇਸ਼ਨ ਦਾ ਜਿਹੜਾ ਗੈਪ ਆ ਘੱਟੋ ਘੱਟ ਖਤਮ ਹੋਣਾ ਜ਼ਰੂਰੀ ਹੈ। ਬਿਲਕੁਲ ਜੀ। ਸੋ ਅਗਲਾ ਸਵਾਲ ਮੇਰਾ ਇਹ ਹੈ ਡਾਕਟਰ ਸਾਹਿਬ, ਜਿਹੜਾ ਆਪਾਂ ਪਹਿਲਾਂ ਮੈਂ ਤੁਹਾਨੂੰ ਪੈਂਡਿੰਗ ਸਟ੍ਰੈਕ ਛੱਡਿਆ ਸੀ ਕਿ ਪੋਰਨੋਗ੍ਰਾਫੀ ਜਿਹੜੇ ਬੱਚੇ ਵਾਚ ਕਰਦੇ ਦੇਖਦੇ ਆ, ਜਾਂ ਜਿਨ੍ਹਾਂ ਨੂੰ ਐਡਿਕਸ਼ਨ ਦਾ, ਕਿਉਂਕਿ ਐਡਿਕਸ਼ਨ ਤੇ ਵਾਚ ਕਰਨਾ ਤੁਸੀਂ ਕੋਈ ਉਹਨੂੰ ਡਿਫਰੈਂਸ ਨਹੀਂ ਕਰ ਸਕਦੇ ਕਿ ਹੁਣ ਇਹਨੂੰ ਐਡਿਕਸ਼ਨ ਹੈ ਜਾਂ ਵਾਚ ਕਰ ਰਿਹਾ, ਅਸੀਂ ਉਹਨੂੰ ਡਿਫਰੈਂਸ ਨਹੀਂ ਕਰ ਸਕਦੇ। ਲੇਕਿਨ ਜੇ ਕਿਸੇ ਨੂੰ ਐਡਿਕਸ਼ਨ ਹੋ ਗਈ ਹੈ ਜਾਂ ਉਹ ਵਾਚ ਕਰਦਾ, ਰੈਗੂਲਰ ਵਾਚ ਕਰਦਾ, ਤੁਹਾਨੂੰ ਪਤਾ ਲੱਗ ਗਿਆ, ਤੁਸੀਂ ਫਿਰ ਵੀ ਨਹੀਂ ਉਹਨੂੰ ਇਗਨੋਰ ਕਰ ਰਹੇ, ਕੋਈ ਗੱਲ ਨਹੀਂ ਹੈ ਨਾ, ਤਾਂ ਇਹ ਉਸ ਟਰੈਪ ਚੋਂ ਬੱਚੇ ਨੂੰ ਉਸ ਜਾਲ ਦੇ ਵਿੱਚੋਂ ਕਿਵੇਂ ਕੱਢਿਆ ਜਾ ਸਕਦਾ, ਇਹ ਮੈਂ ਬੜਾ ਜ਼ਰੂਰੀ ਸਮਝਦਾ ਸਾਡੇ ਦਰਸ਼ਕਾਂ ਨੂੰ ਦੱਸਣਾ, ਕਿਉਂਕਿ ਸਾਡੇ ਦਰਸ਼ਕ, ਕਿਉਂਕਿ ਕਾਲਸ ਨਹੀਂ ਆਈਆਂ, ਇਟ ਮੀਨਸ ਕਿ ਇਸ ਵਿਸ਼ੇ ਤੋਂ ਥੋੜਾ ਜਿਹਾ ਸੰਗਾਊ ਹੈ। ਬਿਲਕੁਲ ਜੀ। ਲੇਕਿਨ ਸੰਗ ਦੇ ਆਪਾਂ ਸੰਗ ਲਾ ਕੇ ਦਸੀਏ ਕਿ ਤੁਸੀਂ ਆਪਣੇ ਬੱਚੇ ਨੂੰ ਕਿਵੇਂ ਬਚਾਉਣਾ ਹੈ। ਹਾਂਜੀ, ਕਮਿਊਨਿਟੀ ਤੋਂ ਬੇਨਤੀ ਹੈ ਕਿ ਇਹ ਸੰਗਣਾ ਨਹੀਂ ਚਾਹੀਦਾ, ਬਟ ਅੰਡਰਸਟੈਂਡੇਬਲ, ਟੋਟਲੀ ਅੰਡਰਸਟੈਂਡੇਬਲ ਜੇ ਜਨਤਾ ਇੱਥੇ ਸੰਗ ਰਹੀ ਹੈ, ਅਸੀਂ ਸਮਝਦੇ ਹਾਂ, ਬਟ ਅਸੀਂ ਆਪਣੀ ਡਿਊਟੀ ਫਿਰ ਵੀ ਕਰਾਂਗੇ। ਦੇਖੋ, ਕਿਸੇ ਬੱਚੇ ਨੂੰ ਜੇ ਤੁਹਾਨੂੰ ਲੱਗਦਾ ਹੈ ਕਿ ਪੋਰਨੋਗ੍ਰਾਫੀ ਦੀ ਐਡਿਕਸ਼ਨ ਹੋ ਗਈ ਹੈ, ਤੇ ਇੱਕ ਤੇ ਬੱਚੇ ਨੂੰ ਕੌਨਫੀਡੈਂਸ ਵਿੱਚ ਲੈਣਾ ਬਹੁਤ ਜ਼ਰੂਰੀ ਹੈ ਜੀ, ਤੇ ਉਹਨੂੰ ਬਲੇਮ ਨਹੀਂ ਕਰਨਾ, ਠੀਕ ਹੈ ਨਾ। ਬੱਚੇ ਨੂੰ ਐ ਨਹੀਂ ਕਰਨਾ ਕਿ ਤੂੰ ਪੋਰਨੋਗ੍ਰਾਫੀ ਦੇਖਦਾ, ਯੂ ਆਰ ਅ ਡਰਟੀ ਬॉय, ਐ ਨਹੀਂ ਕਹਿਣਾ। कहना कि हाँ पोर्नोग्राफी देखता है, ठीक है, क्यों देखता है, दस की होया कि ना, तुसी कॉन्फ्रंट कर सकते, या मतलब जिसे कहते हैं कि भाई आप जो पूछ सकते हैं जे कोई ईमानदारी नाल कि भाई ए वैबसाइट तेरी हिस्ट्री हैगी, या सानू लगता है तू पोर्नोग्राफी देख रहा है, ए साडा रीजन है कि असी सोचते हैं तू पोर्नोग्राफी देखता है जी। बच्चा पहले तो डिनाई करते हैं एनू, बिकॉज इट्स ए वेरी इमेच्योर डिफेंस मैकेनिज्म, उन्हों का डिफेंस मैकेनिज्म इतना नहीं सा डेवलप होया होंदा। जिदा तुसी 3 साल के बच्चे को पूछो ना कि किने कीता है, मैं नहीं कीता, नॉट मी, क्योंकि डर जाता है जी। वो सोचता है कि जब मैं कह दूंगा नहीं मैं नहीं कीता तो फिर हम सब कुछ आते मेरे तो नहीं आऊगा, तो डिनायल पैदा होता है कि मैं नहीं कीता। जो समझदार बच्चा होंगे ना वो एक्सेप्ट कर जाता है, ठीक है ना, कि मैं किया। तो बड़ा इंपॉर्टेंट है उन्होंने ब्लेम नहीं करना, ठीक है, उन्होंने ऐ नहीं गिल्टी नहीं एहसास दिलाना कि वह गलत किया है, ठीक है, बट दिस इज गेटिंग आउट ऑफ हैंड, किदा हेल्प कर सकते हैं थोड़ी, ठीक है ना। ऐ समझना कि ठीक है पोर्नोग्राफी देखता है, क्यूरियोसिटी करके हो सकता है, या कोई और सेक्सुअल अट्रैक्शन हो सकती है विच इज नॉर्मल, बट इट इज इंपॉर्टेंट टू डिफाइन कि नॉर्मल किएगा एबनॉर्मल किएगा, बिल्कुल आ चीज बिल्कुल जरूरी है ਜਿਹੜੀ ਕਿ ਸਾਨੂੰ ਪਤਾ ਹੋਵੇ। ਹਾਂਜੀ, ਸੋ ਡਾਕਟਰ ਸਾਹਿਬ ਇੱਕ ਜਿਹੜੀ ਤੁਸੀਂ ਗੱਲ ਦੱਸੀ ਹੈ ਨਾ ਕਿ ਵੀ ਬੱਚੇ ਨੂੰ ਡਾਂਟਣਾ ਨਹੀਂ ਹੈ, ਇੱਕ ਤਾਂ ਸਭ ਤੋਂ ਵਧੀਆ ਟਿਪ ਤੁਸੀਂ ਦਿੱਤਾ ਹੈ ਕਿ ਜੇ ਅਗਰ ਤੁਸੀਂ ਦੇਖ ਲਿਆ ਕਿ ਬੱਚਾ ਤੁਹਾਡੇ ਤੋਂ ਲੁਕ ਛਿਪ ਕੇ ਪੋਰਨੋਗ੍ਰਾਫੀ ਦੇਖ ਰਿਹਾ ਜਾਂ ਕੁਝ ਗਲਤ ਸਾਈਟਾਂ ਦਾ ਜਿਹੜਾ ਪ੍ਰਯੋਗ ਕਰ ਰਿਹਾ ਹੈ ਤੁਹਾਡੇ ਤੋਂ ਪਰਦੇ ਦੇ ਵਿੱਚ, ਇੱਕਦਮ ਉਹਨੂੰ ਦੇਖਣ ਸਾਰ ਗੁੱਸੇ 'ਚ ਨਹੀਂ ਹੋਣਾ, ਮਤਲਬ ਇਹ ਸਭ ਤੋਂ ਵੱਡੀ ਟਿਪ ਹੈ।
ਹੋਰ ਇਸ ਤੋਂ ਇਲਾਵਾ ਇਸ ਤਰ੍ਹਾਂ ਦੀਆਂ ਟਿਪ ਜਿਹੜੀਆਂ ਜ਼ਰੂਰ ਦਰਸ਼ਕਾਂ ਨੂੰ ਸਾਂਝੀਆਂ ਕਰੋ ਜਿਹਦੇ ਕਰਕੇ ਬੱਚਾ ਤੁਹਾਡੇ ਕੌਨਫੀਡੈਂਸ ਦੇ ਵਿੱਚ ਆ ਸਕੇ ਔਰ ਕੌਨਫੀਡੈਂਸ ਦੇ ਵਿੱਚ ਆ ਕੇ ਉਹ ਚੀਜ਼ਾਂ ਨੂੰ ਤਿਆਗ ਦੇਵੇ। ਬਿਲਕੁਲ ਜੀ, ਇੱਕ ਤੇ ਸੇਫ ਸੈਕਸ ਦੇ ਬਾਰੇ ਦੱਸ ਸਕਦੇ ਹੋ, ਸੇਫ ਇੰਟਰਨੈਟ ਦੇ ਬਾਰੇ ਦੱਸ ਸਕਦੇ ਹੋ, ਠੀਕ ਹੈ ਨਾ, ਤੇ ਆਪਣੇ ਐਕਸਪੀਰੀਅੰਸ ਦੱਸ ਸਕਦੇ ਹੋ, ਜਾਂ ਕਿਸੇ ਦੇ ਐਕਸਪੀਰੀਅੰਸ ਦੇ ਕਿਸੇ ਦਾ ਬੈਡ ਐਕਸਪੀਰੀਅੰਸ ਹੋਏ ਉਹ ਸ਼ੇਅਰ ਕਰਕੇ ਬੱਚੇ ਨੂੰ ਕੌਨਫੀਡੈਂਸ ਲੈ ਸਕਦੇ ਹੋ ਕਿ ਬਈ ਇਹ ਰਿਸਕ ਹੋ ਸਕਦੇ ਨੇ, ਠੀਕ ਹੈ ਨਾ। ਇੰਟਰਨੈਟ ਤੇ ਪੋਰਨੋਗ੍ਰਾਫੀ ਦੇਖਣਾ ਸਾਰੇ ਦੇਖਦੇ ਨੇ, ਬਟ ਵੇਅਰ ਟੂ ਡਰਾ ਦ ਲਾਈਨ ਇਹ ਬੱਚਿਆਂ ਨੂੰ ਨਹੀਂ ਸੀ ਸਮਝ ਜੀ, ਹੈ ਨਾ, ਤੇ ਉਹਨਾਂ ਨੂੰ ਚੇਤਾ ਨਹੀਂ ਪੈਂਦਾ, ਤੇ ਸਾਡਾ ਰੋਲ ਹੈਗਾ, ਸਾਡੀ ਜ਼ਿੰਮੇਵਾਰੀ ਹੈਗੀ। ਬਟ ਉਹਨਾਂ ਨੂੰ ਕਹਿਣਾ ਕਿ ਠੀਕ ਹੈ ਪੋਰਨੋਗ੍ਰਾਫੀ ਦੇਖਣ ਦੇ ਨੁਕਸਾਨ ਕੀ ਨੇ, ਠੀਕ ਹੈ ਨਾ। ਐਕਸੈਸਿਵ ਸੈਕਸ ਇੰਡਲਜਿੰਗ, ਜੇ ਤੁਹਾਡੀ ਐਕੈਡਮਿਕ ਪਰਫਾਰਮੈਂਸ ਇਫੈਕਟ ਹੋ ਰਹੀ ਹੈ ਜਾਂ ਸੋਸ਼ਲ ਰਿਲੇਸ਼ਨਸ਼ਿਪ ਇਫੈਕਟ ਹੋ ਰਹੀ ਹੈ, ਮੇਰੇ ਖਿਆਲ ਕਾਲ ਆ ਰਹੀ ਤੁਹਾਡੀ ਜੀ, ਕਾਲ ਲੈ ਲਈ ਫਿਰ ਆਪਾਂ ਚਰਚਾ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਸੀ ਡਾਕਟਰ ਸਾਹਿਬ ਨੂੰ ਵੀ ਜਿਹੜੇ ਆਪਣੇ ਹੁੰਦੇ ਆਈਪੈਡ ਜਾਂ ਆਈਫੋਨ ਹੁੰਦੇ ਆ, ਇਹ ਬੱਚਿਆਂ ਨੂੰ ਕਿਸ ਏਜ ਤੇ ਮੁਹੱਈਆ ਕਰਾਉਣੇ ਚਾਹੀਦੇ ਆ? ਕਿਉਂਕਿ ਕਈ ਵਾਰੀ ਛੋਟੇ ਛੋਟੇ ਬੱਚੇ 5-6 ਸਾਲ ਦੇ ਬੱਚੇ ਵੀ ਮੰਗਣ ਲੱਗ ਜਾਂਦੇ ਆ 5 ਸਾਲ ਦੇ ਬੱਚਿਆਂ ਨੂੰ ਦੇਖ ਕੇ ਕਿ ਸਾਨੂੰ ਆਈਪੈਡ ਲੈ ਕੇ ਦਿਓ, ਆਈਫੋਨ ਲੈ ਕੇ ਦਿਓ। ਇਹ ਕਿੰਨੀ ਕਿਸ ਏਜ ਦੀ ਲਿਮਿਟ ਹੋਣੀ ਚਾਹੀਦੀ ਆ? ਬਹੁਤ ਵੈਲਿਡ ਸਵਾਲ ਆ ਤੁਹਾਡਾ, ਸ਼ੁਕਰੀਆ। ਤੁਹਾਡਾ ਸਵਾਲ ਡਾਕਟਰ ਸਾਹਿਬ ਤੱਕ ਪਹੁੰਚ ਗਿਆ, ਤੁਸੀਂ ਆਫ ਦੀ ਏਅਰ ਸੁਣ ਲਓ। ਸ਼ੁਕਰੀਆ ਕਾਲ ਕਰਨ ਲਈ ਜੀ। ਇਹਨਾਂ ਦਾ ਸਵਾਲ, ਹਾਂਜੀ ਭੈਣ ਜੀ ਨੇ ਬੜਾ ਇੰਪੋਰਟੈਂਟ ਸਵਾਲ ਹੈ। ਜੋ ਆਪਾਂ ਲਿੰਕ ਸੀ ਉਹਨੂੰ ਪਲੀਜ਼ ਟੁੱਟਣ ਨਾ ਦੇਣਾ, ਤੇ ਮੈਂ ਇਹ ਚਾਹਣਾ ਕਿ ਉਹਨੂੰ ਆਪਾਂ ਕੰਟੀਨਿਊ ਕਰਾਂਗੇ। ਇਹ ਸਵਾਲ ਦਾ ਜਵਾਬ ਪਹਿਲਾਂ ਦੇ ਦਿਓ। ਬਿਲਕੁਲ ਜੀ। ਕਿਹੜੀ ਏਜ ਦੇ ਵਿੱਚ ਸਾਡੇ ਬੱਚਿਆਂ ਨੂੰ ਫੋਨ ਜਾਂ ਟੈਬ ਜਾਂ ਹੋਰ ਚੀਜ਼ਾਂ ਜਿਹੜੀਆਂ ਡਿਵਾਈਸਸ ਜਿਹੜੀਆਂ ਮੁਹੱਈਆ ਕਰਵਾਉਣੀਆਂ? ਹਾਂਜੀ, ਇਹ ਜਿਹੜੀ ਹੈਲਥ ਗਾਈਡਲਾਈਨਸ ਹੈਗੀ ਭੈਣ ਜੀ, ਇਹ ਰਿਕਮੈਂਡ ਕਰਦੀ ਹੈ ਜੇ ਬੱਚਾ 2 ਸਾਲ ਤੋਂ ਘੱਟ ਹੈਗਾ ਨਾ, ਉਹਨੂੰ ਸਕਰੀਨ ਦਾ ਐਕਸਪੋਜ਼ਰ ਬਿਲਕੁਲ ਹੋਣਾ ਹੀ ਨਹੀਂ ਚਾਹੀਦਾ, ਠੀਕ ਹੈ। 2 ਤੋਂ 5 ਸਾਲ ਦਾ ਜਿਹੜਾ ਬੱਚਾ ਹੈਗਾ ਉਹਨੂੰ 1 ਘੰਟਾ ਤੁਸੀਂ ਦੇ ਸਕਦੇ ਹੋ ਸਕਰੀਨ ਟਾਈਮ। ਦੈਟ ਇਨਕਲੂਡਸ ਟੀਵੀ ਵੀ ਹੋ ਗਿਆ ਤੇ ਆਪਣਾ ਇੰਟਰਨੈਟ ਵੀ ਹੋ ਗਿਆ, ਕਿਸੇ ਕਿਸਮ ਦਾ ਆਈਫੋਨ ਜਾਂ ਆਈਪੈਡ ਹੋ ਗਿਆ। ਇਹ 5 ਤੋਂ 10 ਸਾਲ ਤੱਕ ਹੁੰਦਾ 2 ਘੰਟੇ ਸਕਰੀਨ ਟਾਈਮ ਨਾਨ ਵਰਕ ਰਿਲੇਟਡ। ਉਹਦੇ ਬਾਅਦ ਵੀ ਆਪਾਂ ਕਹਿੰਦੇ ਕਿ 2 ਘੰਟੇ ਤੋਂ ਜ਼ਿਆਦਾ ਨਹੀਂ ਕਰਨਾ ਆਪਾਂ। ਤੇ ਆਈਪੈਡ ਦੇਖੋ, ਆਈਪੈਡ ਇਟਸੈਲਫ ਬੁਰਾ ਨਹੀਂ ਹੈਗਾ, ਮਾੜਾ ਨਹੀਂ ਹੈਗਾ, ਬਟ ਆਈਪੈਡ ਤੇ ਤੁਸੀਂ ਕੀ ਕਰਦੇ ਹੋ, ਕਿੰਨਾ ਕਰਦੇ ਹੋ, ਕਿੰਨਾ ਟਾਈਮ ਸਪੈਂਡ ਕਰਦੇ ਹੋ, ਇਹ ਤੁਸੀਂ ਚੈੱਕ ਕਰਨਾ ਹੈ। ਸੋ ਇੱਕ ਦੁਬਾਰਾ ਫਿਰ ਤੁਸੀਂ ਇਹਨੂੰ ਰਿਪੀਟ ਕਰ ਦਿਓ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 1 ਘੰਟੇ ਤੋਂ ਵੱਧ ਬਿਲਕੁਲ ਹੀ ਨਹੀਂ। 2 ਸਾਲ ਦੇ ਘੱਟ ਬੱਚੇ ਤੋਂ ਬਿਲਕੁਲ ਵੀ ਨਹੀਂ, ਸਕਰੀਨ ਟਾਈਮ ਹੋਣਾ ਹੀ ਨਹੀਂ ਚਾਹੀਦਾ, ਉਹਨੂੰ ਸਕਰੀਨ ਦਿਖਾਉਣੀ ਹੋਣਾ ਹੀ ਨਹੀਂ ਚਾਹੀਦਾ, ਬਿਲਕੁਲ, ਠੀਕ ਹੈ ਨਾ। 2 ਤੋਂ 5 ਸਾਲ ਤੱਕ 1 ਘੰਟਾ, ਠੀਕ ਹੈ ਨਾ। ਉਹ ਟੀਵੀ ਵੀ ਹੋ ਗਿਆ, ਉਹ ਆਈਪੈਡ ਵੀ ਹੋ ਗਿਆ, ਤੁਸੀਂ ਆਈਪੈਡ ਤੇ ਫੋਟੋਆਂ ਵੀ ਦਿਖਾ ਰਹੇ ਹੋ, ABCD ਵੀ ਸਿਖਾ ਰਹੇ ਹੋ, ਉਹ ਵੀ ਕੰਕਲੂਡ ਹੋ ਗਿਆ, ਠੀਕ ਹੈ। 5 ਤੋਂ 10 ਸਾਲ ਤੱਕ 2 ਘੰਟੇ, 5 ਤੋਂ 10 ਪਰ ਡੇ, 2 ਘੰਟੇ ਪਰ ਡੇ ਜੀ। ਮਤਲਬ ਇਹ ਇੱਕ ਹੈਲਥ ਗਾਈਡ ਜਿਹੜੀ ਹੈ ਉਹ ਕਹਿੰਦੀ ਹੈ ਉਸ ਤੋਂ ਜ਼ਿਆਦਾ ਨਹੀਂ, ਯਾਨੀ 2 ਘੰਟੇ ਦਿਖਾਣਾ ਹੀ ਦਿਖਾਣਾ ਹੈ, 2 ਘੰਟੇ ਮੈਕਸਿਮਮ ਹੈਗਾ ਜੀ, ਬਿਲਕੁਲ। ਉਸ ਤੋਂ ਜ਼ਿਆਦਾ ਨੁਕਸਾਨ ਕਰਦਾ ਹੈਗਾ, ਇਹ ਰਿਕਮੈਂਡੇਸ਼ਨ ਹੈਗੀ ਜੀ। ਪਰ ਕਈ ਬੱਚੇ ਤੋਂ, ਮੈਂ ਹੁਣ ਥੋੜਾ ਜਿਹਾ ਵਿਸ਼ੇ ਤੋਂ ਪਾਸੇ ਹਟ ਕੇ ਗੱਲ ਕਰ ਰਿਹਾ, ਕਈ ਬੱਚੇ ਨਾ ਅੱਜ ਕੱਲ ਅਸੀਂ ਸਾਰੇ ਪੇਰੈਂਟਸ, ਅਸੀਂ ਸਾਰੇ ਵਿੱਚ ਇਨਕਲੂਡ ਹੈਗੇ ਆ ਕਿ ਆਦਤ ਪਾਈ ਹੋਈ ਆ ਆਪਣੇ ਬੱਚਿਆਂ ਨੂੰ ਕਿ ਜੀ ਖਾਂਦਾ ਨਹੀਂ, ਇਹਦੇ ਮੂਹਰੇ ਫੋਨ ਫੜਾ ਦਿਓ, ਟੈਬਲੇਟ ਫੜਾ ਦਿਓ ਜਾਂ ਟੀਵੀ ਲਾ ਦਿਓ, ਜਦੋਂ ਇਹਦਾ ਧਿਆਨ ਟੀਵੀ ਵੱਲ ਹੋਊਗਾ ਤਾਂ ਜੋ ਮਰਜ਼ੀ ਖਵਾਈ ਜਾਓ ਇਹਨੂੰ। ਅਸੀਂ ਅਕਸਰ ਹੀ ਸੁਣਦੇ ਹਾਂ, ਪਰ ਡਾਕਟਰ ਸਾਹਿਬ ਇਹਦਾ ਨੁਕਸਾਨ ਆ ਜਿਹੜਾ ਤੁਸੀਂ ਕੀ ਸਮਝਦੇ ਹੋ ਅੱਗੇ ਜਾ ਕੇ ਭਵਿੱਖ ਦੇ ਵਿੱਚ ਹੋ ਸਕਦਾ? ਬਿਲਕੁਲ ਜੀ, ਇਹ ਤੇ ਸਟੱਡੀਜ਼ ਹੋਈਆਂ ਨੇ ਕਿ ਜਿੱਥੇ ਤੁਸੀਂ ਸਕਰੀਨ ਟਾਈਮ ਨਾਲ ਤੁਸੀਂ ਖਾਂਦੇ ਹੋ ਤੇ ਤੁਸੀਂ ਜ਼ਿਆਦਾ ਓਵਰ ਈਟਿੰਗ ਕਰਦੇ ਹੋ, ਓਬੇਸਿਟੀ ਜਾਂ ਡਾਇਬੀਟੀਜ਼ ਦਾ ਰਿਸਕ ਜਿਹੜਾ ਹੈ ਦੋਨਾਂ ਦਾ ਹੀ ਵੱਧ ਜਾਂਦਾ ਹੈ, ਠੀਕ ਹੈ ਨਾ। ਤੇ ਜਿਹਨੂੰ ਆਪਾਂ ਕਹਿੰਦੇ ਨੇ ਖਾਣਾ ਖਾਣ ਵਾਸਤੇ ਬੜੀ ਮਾਈਂਡਫੁਲਨੈਸ ਈਟਿੰਗ ਕਰਨੀ ਚਾਹੀਦੀ ਹੈ ਕਿ ਬਈ ਤੁਸੀਂ ਖਾ ਰਹੇ ਹੋ ਤੇ ਇੱਕ ਕੌਰ ਇੱਕ ਗ੍ਰਾਈ ਜਿਹੜੀ ਹੈ ਨਾ ਉਹ ਤੁਸੀਂ ਚਬਾ ਕੇ ਤੇ ਬਿਲਕੁਲ ਉਹਨੂੰ ਸਵਾਦ ਲੈ ਕਰਕੇ ਉਹ ਖਾਣੀ ਚਾਹੀਦੀ ਹੈ। ਤੁਸੀਂ ਮਹਿਸੂਸ ਕਰੋ ਕਿ ਅੰਦਰ ਜਾ ਰਿਹਾ ਹੋ। ਐਗਜ਼ੈਕਟਲੀ ਜੀ, ਬਿਲਕੁਲ ਐਗਜ਼ੈਕਟਲੀ। ਤੇ ਤੁਸੀਂ ਟੀਵੀ ਦੇਖ ਰਹੇ ਹੋ, ਬੜਾ ਕਾਮੇਡੀ ਸ਼ੋਅ ਦੇਖ ਰਹੇ ਹੋ, ਤੁਹਾਡਾ ਫੇਵਰਿਟ ਸ਼ੋਅ ਦੇਖ ਰਹੇ ਹੋ, ਤੁਹਾਡੀ ਟੈਂਡੈਂਸੀ ਹੋਏਗੀ ਤੁਸੀਂ ਹੋਰ ਖਾਓ, ਤੇ ਕਿਉਂਕਿ ਡੋਪਾਮਾਈਨ ਦਾ ਪਦਾਰਥ ਚੱਲ ਰਿਹਾ ਤੁਹਾਡਾ ਤੁਸੀਂ ਦੇਖੋਗੇ ਤੁਹਾਡਾ ਮਿੱਠਾ ਖਾਣ ਦਾ ਮਨ ਕਰਦਾ ਤੁਸੀਂ। ਹਾਂ, ਬਿਲਕੁਲ ਠੀਕ ਹੈ ਨਾ। ਸੋ ਇਹਦਾ ਮਤਲਬ ਵੀ ਸਾਰਾ ਜਿਹੜਾ ਇਹ ਡੋਪਾਮਾਈਨ ਜਿਹੜੇ ਲਿਕਵਿਡ ਦੀ ਤੁਸੀਂ ਗੱਲ ਕੀਤੀ ਸਾਡੇ ਦਿਮਾਗ 'ਚ ਹੁੰਦਾ ਤਾਂ ਉਹਦਾ ਹੀ ਸਾਰਾ ਸਿਸਟਮ ਇਹ ਚੱਲਦਾ। ਬਿਲਕੁਲ ਜੀ। ਜਦੋਂ ਉਹਦਾ ਲੈਵਲ ਵੱਧ ਜਾਂਦਾ ਹੈ ਤਾਂ ਸਾਡਾ ਦਿਲ ਕਰਦਾ ਅਸੀਂ ਹੋਰ ਕੁਝ ਕਰੀਏ। ਉਹ ਸਾਨੂੰ ਡੋਪਾਮਾਈਨ ਪਲੇਜ਼ਰ ਵਾਸਤੇ ਇੰਪੋਰਟੈਂਟ ਹੈ ਨਾ। ਡਾਕਟਰ ਸਾਹਿਬ ਇੱਕ ਕਾਲ ਹੋ ਰਹੀ ਹੈ। ਨਹੀਂ ਵਧੀਆ, ਦੈਟਸ ਵੈਰੀ ਇੰਪੋਰਟੈਂਟ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਨੂੰ ਮੇਰਾ ਸਵਾਲ ਹੈ ਜੀ, ਮੇਰਾ ਨਾ ਬੇਟਾ 11 ਸਾਲ ਦਾ ਜੀ, ਤੇ ਉਹ ਡਾਕਟਰ ਸਾਹਿਬ ਦੇ ਕਹਿਣ ਤੋਂ ਗੇਮ ਜਿਵੇਂ ਬਹੁਤ ਖੇਡਦਾ ਜੀ। ਗੇਮ ਤੇ ਜਦੋਂ ਕੋਈ ਦੇ ਵਿੱਚ ਪੂਰਾ ਕਰ ਲੈਂਦਾ ਹੁੰਦਾ, ਕੋਈ ਜਿਵੇਂ ਕੋਈ ਟਾਸਕ ਮਿਲਦਾ ਜੀ
फिर वो लग रहा है ऐसे तो जाना नेक्स्ट टास्क जल्दी पूरा करना है, नेक्स्ट टास्क जल्दी पूरा करना है जी। ਤੇ ਉਹ ਇਹਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਘੱਟ ਕੇ ਜਿੰਨਾ ਬੜੀ ਕੋਸ਼ਿਸ਼ ਕਰ ਲੈਣਾ ਗੇਮ ਲੁਕਾਉਣਾ ਨਹੀਂ ਆਉਂਦੀ ਪਲੱਗ ਵੀ ਲੁਕਾਉਣਾ ਫਿਰ ਉਹ ਮਿੰਤਾ ਮੁੰਤਾ ਕਰਕੇ ਜਾਂ ਪਲੀਜ਼ ਕਹਿ ਕੇ ਜਾਂ ਕੋਈ ਆਪਣਾ ਵੈਸੇ ਸਿਆਣਾ ਬਾਕੀ ਗੱਲਾਂ ਸਾਰਾ ਕਹਿਣਾ ਮੰਨਦਾ ਕੁਝ ਵੀ ਕੀ ਕਰਦਾ ਪਰ ਗੇਮ ਦੇ ਮਾਮਲੇ ਵਿੱਚ ਟੀਵੀ ਦੇ ਮਾਮਲੇ ਵਿੱਚ ਉਹਦੇ ਤੇ ਥੋੜਾ ਜਿਹਾ ਆਪਦੇ ਆਪ ਦੀ ਉਹਦਾ ਕੰਟਰੋਲ ਹੈ ਜੋ ਆਪ ਕਹਿੰਦਾ ਇਹ ਕਿਵੇਂ ਕੰਟਰੋਲ ਹੋ ਸਕਦਾ ਹੈ ਜੀ ਬੜਾ ਇਹ ਥੋੜਾ ਜਿਹਾ ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ ਔਰ ਤੁਸੀਂ ਆਫ ਦੀ ਏਅਰ ਸੁਣ ਲਓ ਇੱਕ ਹੋਰ ਕਾਲ ਵੀ ਆ ਰਹੀ ਹੈ ਤਾਂ ਆਪਾਂ ਉਹਨਾਂ ਦਾ ਵੀ ਸਵਾਲ ਲਿਖ ਲਈਏ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਸੋ ਇਹ ਬੜਾ ਗੰਭੀਰ ਵਿਸ਼ਾ ਔਰ ਗੰਭੀਰ ਵਿਸ਼ਾ ਤਾਂ ਹੈ ਹੀ ਹੈ ਗੰਭੀਰ ਸਮੱਸਿਆ ਬਣੀ ਹੋਈ ਹੈ ਔਰ ਬੜੀ ਸੈਂਸਿਟਿਵ ਇਸ਼ੂ ਹੈ ਉਹਨਾਂ ਦਾ ਬੱਚਾ ਵੈਸੇ ਕਹਿੰਦੇ 100% ਸਹੀ ਆ ਸਾਰੇ ਪਾਸੋਂ ਠੀਕ ਆ ਉਸੇ ਗੱਲ ਮੰਨਦਾ ਪੜ੍ਹਦਾ ਸਭ ਕੁਝ ਕਰਦਾ ਲੇਕਿਨ ਜਦੋਂ ਗੇਮ ਦੇ ਉੱਤੇ ਆਉਂਦਾ ਹੈ ਸਵਾਲ ਆਉਂਦਾ ਜਾਂ ਟੀਵੀ ਦੇ ਉੱਪਰ ਆਉਂਦਾ ਤਾਂ ਉਹਨੂੰ ਲੱਗਦਾ ਕਿ ਮੈਂ ਛੱਡ ਨਹੀਂ ਪਾਉਂਦਾ ਤਾਂ ਮੈਨੂੰ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਵੀ ਉਹਦੇ ਐਡਿਕਸ਼ਨ ਦੇ ਸਿੰਪਟਮ ਜਿਹੜੇ ਆ ਸਟਾਰਟ ਹੋ ਚੁੱਕੇ ਆ ਔਰ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਤੁਸੀਂ ਆਪਣਾ ਕਾਪੀ ਪੈਨ ਜ਼ਰੂਰ ਆਪਣੇ ਕੋਲੇ ਰੱਖੋ ਡਾਕਟਰ ਸਾਹਿਬ ਹੋਰ ਵੀ ਟਿਪਸ ਤੁਹਾਨੂੰ ਲਿਖਾਉਣਗੇ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਇੰਟਰਨੈਟ ਦੇ ਉੱਪਰ ਜਿਹੜਾ ਜ਼ਿਆਦਾ ਸਮਾਂ ਗੁਜ਼ਾਰ ਰਿਹਾ ਗੇਮਿੰਗ ਦੇ ਉੱਪਰ ਜ਼ਿਆਦਾ ਸਮਾਂ ਗੁਜ਼ਾਰ ਰਿਹਾ ਪੋਰਨੋਗ੍ਰਾਫੀ ਵੀ ਦੇਖ ਰਿਹਾ ਤੁਸੀਂ ਕਿਵੇਂ ਬਚਾ ਸਕਦੇ ਆ 905 790 9099 ਸਟੂਡੀਓ ਦਾ ਨੰਬਰ ਹੈ ਔਰ ਇੱਕ ਦੋ ਕਾਲ ਜਿਹੜੀਆਂ ਕਾਲ ਦੇ ਦੌਰਾਨ ਮਿਸ ਹੋਈਆਂ ਤੁਸੀਂ ਦੁਬਾਰਾ ਕਾਲ ਕਰ ਲਓ ਅਤੇ ਤੁਸੀਂ ਆਪਣੇ ਸਵਾਲ ਰੱਖ ਲਓ ਜੀ ਡਾਕਟਰ ਸਾਹਿਬ ਵੀਰ ਜੀ ਨੇ ਜਿਹੜੀ ਦੱਸੀ ਹੈ ਨਾ ਕਹਾਣੀ ਘਰ ਘਰ ਦੀ ਹੈਗੀ ਹਰ ਘਰ ਦੇ 'ਚ ਹੋ ਰਿਹਾ ਹੈਗਾ ਤੇ 11 ਸਾਲ ਦਾ ਜਵਾਕ ਹੈਗਾ ਬਾਕੀ ਤਾਂ ਕੋਈ ਠੀਕ ਠਾਕ ਹੈਗਾ ਜਿਹੜਾ ਟਿਪਸ ਅਸੀਂ ਦੱਸੀ ਹੈ ਨਾ ਕਿ ਬਈ 2 ਘੰਟੇ ਤੋਂ ਜ਼ਿਆਦਾ ਇੰਟਰਨੈਟ ਰਿਸਟ੍ਰਿਕਟ ਨਹੀਂ ਕਰਨਾ ਉਹ ਯੂਜ਼ ਨਹੀਂ ਕਰਨਾ ਰਿਸਟ੍ਰਿਕਟ ਕਰਨਾ ਹੈ ਤੇ ਇੱਕ ਦੂਜੀ ਗੱਲ ਇਹ ਹੈ ਕਿ ਡਾਕਟਰ ਸਾਹਿਬ ਇੱਕ ਕਾਲ ਹਾਂਜੀ ਫਿਰ ਆਪਾਂ ਸਵਾਲ ਲਿਖ ਕੇ ਤੁਸੀਂ ਇਹਦੇ ਤੇ ਵੀ ਰੱਖ ਲਿਓ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਪ੍ਰੋਗਰਾਮ 'ਚ ਹਾਂਜੀ ਮੈਂ ਇਹ ਕਹਿਣਾ ਕਿ ਜਿਹੜਾ ਤੁਸੀਂ ਅੱਜ ਦਾ ਪ੍ਰੋਗਰਾਮ ਕਰ ਰਹੇ ਆ ਬਹੁਤ ਵਧੀਆ ਚੀਜ਼ ਹੈ ਕਿਉਂਕਿ ਇਹ ਸਮੇਂ ਦੀ ਜ਼ਰੂਰਤ ਹੈ ਜੀ ਸ਼ੁਕਰੀਆ ਤੇ ਕਿਉਂਕਿ ਅੱਜ ਕੱਲ੍ਹ ਦੇਖਿਆ ਕਿ ਪੇਰੈਂਟਸ ਤੋਂ ਸ਼ੁਰੂ ਹੋ ਕੇ ਫਿਰ ਕਈ ਵਾਰ ਬੱਚੇ ਜਿਹੜੇ ਪੇਰੈਂਟਸ ਨੂੰ ਦੇਖ ਕੇ ਤੇ ਉਹ ਵੀ ਉਂਝ ਕਰਦੇ ਕਿਉਂਕਿ ਮੈਂ ਦੇਖਿਆ ਕਈ ਥਾਵਾਂ ਤੇ ਬਾਹਰ ਤੁਸੀਂ ਜਾਂਦੇ ਡਾਕਟਰ ਦੇ ਆਫਿਸ ਪੇਰੈਂਟਸ ਵੀ ਟੈਲੀਫੋਨ ਆਪਣਾ ਲੈ ਕੇ ਬੈਠੇ ਹੁੰਦੇ ਬੱਚੇ ਆਪਣਾ ਲੈ ਕੇ ਕਿਉਂਕਿ ਪੇਰੈਂਟਸ ਨੂੰ ਰੋਲ ਮਾਡਲ ਬਹੁਤ ਬਣਨਾ ਪਊਗਾ ਜੇਕਰ ਉਹ ਆਪਣਾ ਵੀ ਟੈਲੀਫੋਨ ਕਿਤੇ ਵੇ ਰੱਖਦੇ ਆ ਬਹੁਤਾ ਯੂਜ਼ ਨਹੀਂ ਕਰਦੇ ਤੇ ਬੱਚਿਆਂ ਨੂੰ ਵੀ ਉਹ ਜਿਹੀ ਆਦਤ ਕਿਹੜੀ ਬਣਦੀ ਆ ਬਹੁਤ ਹੀ ਸੋਹਣਾ ਸੁਝਾਅ ਤੁਸੀਂ ਪੇਸ਼ ਕੀਤਾ ਔਰ ਬਹੁਤ ਸਾਰੇ ਦਰਸ਼ਕ ਵੀ ਇਸ ਚੀਜ਼ ਨਾਲ ਐਗਰੀ ਕਰਨਗੇ ਕਿ ਜਦੋਂ ਅਸੀਂ ਕਦੇ ਸਮਝਦੇ ਹਾਂ ਕਿ ਵਿਹਲਾ ਸਮਾਂ ਜਾਂ ਅਸੀਂ ਕਿਸੇ ਡਾਕਟਰ ਦੇ ਗਏ ਆ ਜਾਂ ਕਿਸੇ ਕੋਈ ਰੈਸਟੋਰੈਂਟ 'ਚ ਗਏ ਆ ਜਾਂ ਕਿਤੇ ਵੀ ਗਏ ਆ ਤਾਂ ਅਸੀਂ ਵਿਹਲੇ ਸਮੇਂ ਨੂੰ ਇੰਜੋਏ ਨਹੀਂ ਜਾਣ ਦਿੰਦੇ ਨਾਲ ਦੀ ਨਾਲ ਆਪਣਾ ਫੋਨ ਬਾਹਰ ਕੱਢ ਕੇ ਉਹਦੇ ਉੱਪਰ ਉਂਗਲਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਆ ਸ਼ਾਇਦ ਤੁਹਾਡਾ ਇਹ ਬੜਾ ਸੋਹਣਾ ਸੁਝਾਅ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਪਹਿਲੇ ਨੰਬਰ ਤੇ ਬਣਨਾ ਸ਼ੁਕਰੀਆ ਤੁਹਾਡਾ ਕਾਲ ਕਰਨ ਦਾ ਐਗਜ਼ਾਮਪਲ ਸੈੱਟ ਕਰਨ ਦੀ ਬਹੁਤ ਜ਼ਰੂਰਤ ਹੈ ਜੀ ਹਾਂਜੀ ਜੀ ਬਹੁਤ ਸ਼ੁਕਰੀਆ ਕਾਲ ਕਰਨ ਦਾ ਬਹੁਤ ਸਮੇਂ ਦੀ ਜ਼ਰੂਰਤ ਹੈ ਤੁਸੀਂ ਬਹੁਤ ਵਧੀਆ ਜੋਬ ਕਰ ਰਹੇ ਹੋ ਸ਼ੁਕਰੀਆ ਬਹੁਤ ਸ਼ੁਕਰੀਆ ਤੁਹਾਡਾ ਸੋ ਇਹਨਾਂ ਨੇ ਸੁਝਾਅ ਦਿੱਤਾ ਉਹ ਵੀ ਪਹੁੰਚ ਗਿਆ ਲੇਕਿਨ ਆਪਾਂ ਜਿਸ ਵਿਸ਼ੇ ਤੇ ਗੱਲ ਕਰ ਰਹੇ ਸੀ ਉਹਨਾਂ ਦਾ 11 ਸਾਲ ਦਾ ਬੱਚਾ ਤੇ ਉਹ ਐਡਿਕਸ਼ਨ ਨੂੰ ਕਿਵੇਂ ਰੋਕਿਆ ਜਾ ਸਕਦਾ ਹਾਂਜੀ ਇੱਕ ਤੇ 2 ਘੰਟੇ ਤੋਂ ਜ਼ਿਆਦਾ ਨਹੀਂ ਕਰਨਾ ਘਰ 'ਚ ਕਿਸੇ ਨੇ ਵੀ ਯੂਜ਼ ਨਹੀਂ ਕਰਨਾ ਠੀਕ ਹੈ ਨਾ ਇੱਕ ਬੱਚੇ ਨੂੰ ਬਲੇਮ ਨਹੀਂ ਕਰਨਾ ਉਹਦੇ ਕੋਲ ਪੁੱਛਣਾ ਕਿ ਬਟ ਠੀਕ ਹੈ ਗੇਮਿੰਗ ਐਕਸੈਪਟ ਕਰਨਾ ਕਿ ਗੇਮਿੰਗ ਠੀਕ ਹੈ ਤੁਸੀਂ ਖੇਡਣਾ ਚਾਹਦੇ ਹੋ ਠੀਕ ਹੈ ਬਟ ਬਾਕੀ ਥਾਂ ਤੋਂ ਫਿਰ ਸਕਰੀਨ ਟਾਈਮ ਕੱਟ ਕਰਨਾ ਸਕਰੀਨ ਟਾਈਮ ਜਿਹੜਾ ਹੈਗਾ ਉਹ 2 ਘੰਟੇ ਠੀਕ ਹੈ ਜਦ ਬੱਚੇ ਨੂੰ ਲੱਗਦਾ ਹੈ ਗੇਮਿੰਗ ਵਾਸਤੇ ਹੈ ਫਿਰ ਉਹ ਟੀਵੀ 'ਚੋਂ ਟਾਈਮ ਕੱਟ ਕਰੇ ਜਾਂ ਆਈਪੈਡ 'ਚ ਟਾਈਮ ਕੱਟ ਕਰੇ ਜਿਹੜਾ ਨਾਨ ਵਰਕ ਰਿਲੇਟਡ ਹੈਗਾ ਜਿਹੜਾ ਪੜ੍ਹਾਈ ਹੈਗੀ ਉਹ ਤੇ ਅੱਡ ਹੈਗੀ ਉਹਨੂੰ ਨਹੀਂ ਮੈਂ ਮਨਾ ਕਰ ਰਿਹਾ ਅੱਛਾ ਜਿਹੜਾ ਇੱਕ ਹੋਰ ਡਾਕਟਰ ਸਾਹਿਬ ਮੈਂ ਵਿੱਚ ਤੁਹਾਡੇ ਇਜ਼ਾਫਾ ਕਰ ਰਿਹਾ ਕੋਈ ਨਹੀਂ ਤੁਸੀਂ ਸਕਰੀਨ ਟਾਈਮ ਕਿਸ ਨੂੰ ਮੰਨਦੇ ਆ ਸਕਰੀਨ ਟਾਈਮ ਜਿਹੜਾ ਆਪਾਂ ਨੂੰ ਮੰਨ ਲਓ ਕਿ ਸਕੂਲ ਨੇ ਸਾਨੂੰ ਕੋਈ ਹੋਮਵਰਕ ਦਿੱਤਾ ਹੈ ਔਰ ਅਸੀਂ ਸਕਰੀਨ ਦੇ ਉੱਪਰ ਆਪਣਾ ਬੈਠਾ ਲੈਪਟਾਪ ਦੇ ਉੱਤੇ ਜਾਂ ਕੁਝ ਅਸੀਂ ਕੰਮ ਕਰ ਰਹੇ ਹਾਂ ਕੀ ਉਹ ਸਕਰੀਨ ਟਾਈਮ ਦੇ ਵਿੱਚ ਐਡ ਕਰ ਸਕਦੇ ਜਦ ਉਹਨੂੰ ਮੰਨਿਆ ਜਾਂਦਾ ਉਹ ਸਕਰੀਨ ਟਾਈਮ ਨਹੀਂ ਹੈਗਾ ਉਹ ਵਰਕ ਦਾ ਸਕਰੀਨ ਟਾਈਮ ਹੈਗਾ ਠੀਕ ਹੈ ਨਾ ਚੱਲ ਸਕਦਾ ਉਹ ਬਿਲਕੁਲ ਚੱਲ ਸਕਦਾ ਹੈ ਜਿਹੜਾ ਫਿਰ ਨਾਨ ਵਰਕ ਰਿਲੇਟਡ ਠੀਕ ਹੈ ਨਾ ਜੈਸੇ ਗੇਮ ਖੇਡ ਰਹੇ ਹਾਂ ਜਾਂ ਵੀਡੀਓ ਦੇਖ ਰਹੇ ਹਾਂ ਜੀ ਉਹ ਜਿਹੜਾ ਹੈਗਾ ਉਹ ਸਕਰੀਨ ਟਾਈਮ ਹੈਗਾ ਅੱਛਾ ਸੋ ਹੁਣ ਬੱਚੇ ਦੇ ਫਿਰ ਆਪਾਂ ਆਈਏ ਤਾਂ ਉਹਨੂੰ ਬੱਚੇ ਨੂੰ ਕਿਵੇਂ ਅਸੀਂ ਉਸ ਚੀਜ਼ ਦੇ ਵਿੱਚੋਂ ਟ੍ਰੈਪ ਦੇ ਵਿੱਚੋਂ ਕੱਢ ਸਕਦੇ ਹਾਂ ਠੀਕ ਹੈ ਜੀ ਬਿਲਕੁਲ ਦੇਖੋ 2 ਘੰਟੇ ਜੇ ਖੇਲਣਾ ਹੈ ਤੁਸੀਂ ਲਿਮਿਟ ਬਣਾਓ ਬੱਚੇ ਦਾ ਟਾਈਮ ਟੇਬਲ ਬਣਾ ਲਓ ਕਿ ਭਾਈ ਇਸ ਤੋਂ ਇੰਨੇ ਵਜੇ ਉੱਠਣਾ ਹੈ ਬਾਕੀ ਬੱਚੇ ਨੂੰ ਖੁਦ ਐਨਕਰੇਜ ਕਰੋ ਕਿ ਉਹ ਬੱਚਾ ਆਪੇ ਅਕਾਊਂਟੇਬਿਲਿਟੀ ਲੇ ਕਿ ਮੈਂ ਟਾਈਮ ਟੇਬਲ ਕਿੰਨੇ ਵਜੇ ਉੱਠੂੰਗਾ ਕਿੰਨੇ ਵਜੇ ਇੰਟਰਨੈਟ ਕਰੂੰਗਾ ਕਿੰਨੇ ਵਜੇ ਬੰਦ ਕਰੂੰਗਾ ਇੱਕ ਬੜਾ ਇੰਪੋਰਟੈਂਟ ਹੈਗਾ ਕਿ ਤੁਸੀਂ ਜੇ 2 ਘੰਟੇ ਮੈਂ ਖੇਡਣਾ ਹੈ मैं 2 अलार्म सेट करा एक 1.5 घंटे बाद तो एक 1.25 घंटे बाद कि मैनू पता है कि मेरा गेम खत्म होने वाला है ये नहीं कि जड़ा हैगा कि भाई 2 घंटे रह गए पापा एक टास्क रह गया पापा एक लेवल रह गया नहीं
2 घंटे मीन्स 2 घंटे ਪੂਰਾ ਸਟ੍ਰਿਕਟ ਹੋਣਾ ਪੈਣਾ। हाँ बिल्कुल जे इट इज टाइम बाउंड इट इज नॉट टास्क बाउंड या तुसी टास्क बाउंड कर लोगे भाई ठीक है 2 घंटे तो ऊपर नहीं करना ਤੇ ਤੁਸੀਂ ਟਾਸਕ ਲੈਣਾ ਵੀ ਤੇ ਅਗਲੀ ਵਾਰੀ ਆਣਾ। ਜੀ ਜੀ ਔਰ ਇੱਕ ਵਾਰੀ ਮੈਂ ਫਿਰ ਦਰਸ਼ਕਾਂ ਨੂੰ ਦੱਸ ਦਵਾਂ ਜਿਨ੍ਹਾਂ ਦੇ ਜਿਹੜੀ ਵੀ ਕਾਲਰ ਨੇ ਕਾਲ ਕੀਤੀ ਸੀ ਕਿ ਉਹਨਾਂ ਦਾ 11 ਸਾਲ ਦਾ ਬੇਟਾ ਹੈ ਤਾਂ ਉਹਨਾਂ ਨੂੰ ਡਾਕਟਰ ਸਾਹਿਬ ਦੇ ਮੁਤਾਬਕ 2 ਘੰਟਿਆਂ ਦਾ ਸਮਾਂ ਤੁਸੀਂ ਨਿਰਧਾਰਿਤ ਕਰ ਦਿਓ ਕਿ 2 ਘੰਟਿਆਂ ਤੋਂ ਜ਼ਿਆਦਾ ਸਕਰੀਨ ਟਾਈਮ ਨਹੀਂ ਦੇਣਾ ਨੌਨ ਵਰਕ। ਸੋ ਕਹਿਣ ਦਾ ਭਾਵ ਇਹ ਆ ਕਿ ਵੀ ਚਾਹੇ ਉਹ ਟੀਵੀ ਦੇਖਦਾ ਚਾਹੇ ਉਹ ਗੇਮ ਖੇਡਦਾ ਉਹਨੂੰ ਪੂਰੇ ਦਿਨ ਦੇ 2 ਘੰਟੇ ਮਿੱਥ ਕੇ ਦੇ ਦਿਓ ਔਰ ਉਸ ਤੋਂ ਬਾਅਦ ਉਹਦੇ ਨਾਲ ਤੁਸੀਂ ਟਰਾਈ ਕਰੋ ਕਿ ਸਮਾਂ ਗੁਜ਼ਾਰੋ। ਜ਼ਰੂਰੀ ਨਹੀਂ ਜੇ ਤੁਸੀਂ ਤੁਹਾਡੇ ਕੋਲ ਟਾਈਮ ਨਹੀਂ ਤੁਹਾਡੀ ਵਾਈਫ ਕੋਲ ਟਾਈਮ ਹੈ ਹੋ ਸਕਦਾ ਬਜ਼ੁਰਗਾਂ ਕੋਲ ਟਾਈਮ ਹੋ ਸਕਦਾ ਉਹਨਾਂ ਨੂੰ ਕਹੋ ਕਿ ਵੀ ਉਹਦੇ ਨਾਲ ਖੇਡਣ ਜੋ ਵਿਹਲਾ ਨਜ਼ਰ ਆ ਰਿਹਾ ਤਾਂ ਉਹਦੇ ਨਾਲ ਕੋਈ ਕ੍ਰੀਏਟਿਵ ਗੇਮਸ ਖੇਡੀਆਂ ਜਾ ਸਕਦੀਆਂ ਤਾਂ ਕਿ ਉਹ 2 ਘੰਟੇ ਤੋਂ ਜ਼ਿਆਦਾ ਆਪਣੀ ਗੇਮ ਦੇ ਉੱਪਰ ਆਪਣੇ ਟੀਵੀ ਦੇ ਉੱਪਰ ਜਿਹੜਾ ਸਮਾਂ ਨਾ ਗੁਜ਼ਾਰੇ ਕਰੇ। ਸੋ ਅੱਗੇ ਜਿਹੜਾ ਡਾਕਟਰ ਸਾਹਿਬ ਸਮਾਂ ਬੜਾ ਸਾਡੇ ਕੋਲੇ ਸੀਮਤ ਜਾਂ ਬਚਿਆ ਪਰ ਸਵਾਲ ਬੜੇ ਆ ਸਨੈਪਚੈਟ ਹੋਈ ਜਾਂ ਆਪਾਂ ਅੱਜ ਕੱਲ੍ਹ ਜਿਹੜਾ ਉਹ ਆਪਾਂ ਗੱਲ ਕਰਦੇ ਆ ਕਿ ਇੰਟਰਨੈਟ ਦੇ ਉੱਪਰ ਹੋਰ ਬਹੁਤ ਸਾਰੀਆਂ ਸੋਸ਼ਲ ਮੀਡੀਆ ਨਾਲ ਜਿਹੜੀਆਂ ਸਾਈਟਸ ਹੈਗੀਆਂ ਹਾਂਜੀ ਹਾਂਜੀ ਸੋ ਰੈਡਿਟ ਆ ਗਈ ਰੈਡਿਟ ਹਾਂ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਸਨੈਪਚੈਟ ਹੋ ਗਈਆਂ ਜਾਂ ਇਸ ਤਰ੍ਹਾਂ ਦੀਆਂ ਸੋਸ਼ਲ ਸਾਈਟਸ ਆ ਉਹਦੇ ਉੱਪਰ ਵੀ ਬੱਚੇ ਜਿਹੜਾ ਸਮਾਂ ਜ਼ਿਆਦਾ ਗੁਜ਼ਾਰ ਕਰਦੇ ਆ ਲੇਕਿਨ ਮੈਂ ਸਮਝਦਾ ਚਲੋ ਫਿਰ ਵੀ ਕਿਤੇ ਨਾ ਕਿਤੇ ਉਹ ਕ੍ਰੀਏਟੀਵਿਟੀ ਤਾਂ ਕਰ ਰਹੇ ਆ ਨਾ ਵੀ ਪਿਕਚਰ ਖਿੱਚ ਲਈ ਕਿਵੇਂ ਖਿੱਚੀ ਆ ਕਿਵੇਂ ਆਈ ਆ ਮੈਂ ਡਾਂਸ ਕਰਕੇ ਦੇਖਿਆ ਕਿਤੇ ਨਾ ਕਿਤੇ ਥੋੜਾ ਜਿਹਾ ਠੀਕ ਲੱਗ ਰਿਹਾ ਲੇਕਿਨ ਜਿਹੜੀ ਸਭ ਤੋਂ ਵੱਡੀ ਸਮੱਸਿਆ ਜਿਹੜਾ ਮੈਂਟਲ ਇਸ਼ੂ ਬਣਦਾ ਜਾ ਰਿਹਾ ਉਹ ਪੋਰਨੋਗ੍ਰਾਫੀ ਔਰ ਗੇਮਿੰਗ ਡਿਸਆਰਡਰਿੰਗ ਹੈ ਨਾ ਜਿਹੜੀ ਇਹਦੇ ਨਾਲ ਜਿਹੜੀ ਬੱਚਿਆਂ ਦੇ ਵਿੱਚ ਤਾਂ ਪ੍ਰੋਬਲਮ ਆਉਣੀ ਹੈ ਪਰ ਜੇ ਆਪਾਂ ਥੋੜਾ ਜਿਹਾ ਲੰਮੀ ਸੋਚ ਦੇਖੀਏ ਜਾਂ ਲੰਮੀ ਨਜ਼ਰ ਮਾਰੀਏ ਜੇ ਤਾਂ ਉਹ ਇਹ ਲੱਗਦਾ ਹੈ ਕਿ ਵੀ ਆਉਣ ਵਾਲਾ ਸਾਡਾ ਜਿਹੜਾ ਭਵਿੱਖ ਹੈ ਸਾਡੇ ਬੱਚੇ ਸਾਡਾ ਭਵਿੱਖ ਹੈ ਉਹ ਸਾਨੂੰ ਕਿਸ ਤਰ੍ਹਾਂ ਦਾ ਨਜ਼ਰ ਆਏਗਾ ਲੇਕਿਨ ਦੁੱਖ ਵੀ ਹੁੰਦਾ ਪਰ ਰੋਕ ਵੀ ਨਹੀਂ ਸਕਦੇ ਤੁਹਾਡੇ ਕੋਲ ਇਹਦੇ ਕੋਈ ਜਵਾਬ ਹੈ ਮੈਂ ਤੇ ਨਹੀਂ ਮੰਨਦਾ ਕਿ ਸਾਰਾ ਨੈਗੇਟਿਵ ਹੈਗਾ ਮੈਂ ਤੇ ਯੰਗਰ ਜਨਰੇਸ਼ਨ ਤੋਂ ਬਹੁਤ ਜ਼ਿਆਦਾ ਇੰਪ੍ਰੈਸਡ ਹੈਗਾ ਜਾਂ ਬਹੁਤ ਜ਼ਿਆਦਾ ਹੋਪਫੁਲ ਹੈਗਾ ਦੇਖੋ ਤੁਸੀਂ ਇਹ ਸਾਡੀ ਡਿਊਟੀ ਹੈ ਨਾ ਕਿ ਆਪਣੀ ਜਿਹੜੀ ਯੰਗਰ ਜਨਰੇਸ਼ਨ ਹੈ ਉਹਨਾਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰੀਏ ਮੈਂ ਕੁਆਲਿਟੀ ਟਾਈਮ ਸਪੈਂਡ ਕਰ ਰਿਹਾ ਜੇ ਤੁਸੀਂ ਅੱਧਾ ਘੰਟਾ ਵੀ ਟਾਈਮ ਸਪੈਂਡ ਕਰ ਸਕਦੇ ਹੋ ਆਪਣੇ ਜਵਾਕਾਂ ਦੇ ਨਾਲ ਤੁਸੀਂ ਇਨਸ਼ੋਰ ਕਰ ਸਕਦੇ ਹੋ ਤੁਸੀਂ 1-to-1 ਇੰਟਰੈਕਸ਼ਨ ਕਰੋ ਠੀਕ ਹੈ ਨਾ ਤੇ ਤੁਸੀਂ ਜਿਵੇਂ ਤੁਸੀਂ ਖੇਡ ਸਕਦੇ ਹੋ ਬੈਡਮਿੰਟਨ ਖੇਡ ਸਕਦੇ ਹੋ ਕ੍ਰਿਕਟ ਖੇਡ ਸਕਦੇ ਹੋ ਗੱਲ ਕਰ ਸਕਦੇ ਹੋ 1-to-1 ਜਾਂ ਤੁਸੀਂ ਉਹਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰ ਸਕਦੇ ਹੋ ਇੱਕ ਤਰ੍ਹਾਂ ਦਾ ਡਾਇਲੌਗ ਨਹੀਂ ਵਰਕ ਕਰਦਾ ਮੈਂ ਆਪਣੇ ਜਵਾਕ ਨੂੰ ਕਹਦਾ ਵੀ ਇਹ ਸਾਡੇ ਵੇਲੇ ਤਾਂ ਨਹੀਂ ਸੀ ਹੁੰਦਾ ਸੀਗਾ ਅਸੀਂ ਸਾਡੇ ਤੇ ਹਿੰਮਤ ਨਹੀਂ ਆਉਂਦੀ ਸੀਗਾ ਆਪਣੇ ਮਾਪੇ ਦੇ ਕਰਦੇ that is not useful at all ਬੱਚੇ ਇੱਕ ਕੰਨ ਤੋਂ ਸੁਣਨਗੇ ਦੂਜੇ ਕੰਨ ਤੋਂ ਕੱਢ ਦੇਣਗੇ ਠੀਕ ਹੈ ਨਾ ਔਰ ਮੈਂ ਬੱਚਿਆਂ ਨੂੰ ਬਲੇਮ ਨਹੀਂ ਕਰ ਰਿਹਾ ਬਿਕੋਜ਼ ਬੱਚਿਆਂ ਦੀ ਉਮਰ ਹੀ ਇੰਝ ਹੁੰਦੀ ਹੈ ਇਹ ਬੜੀ ਸਹਿਜ ਏਮ ਹੁੰਦੀ ਹੈ ਇਹਦਾ ਮਤਲਬ ਇਹ ਹੈ ਕਿ ਪੇਰੈਂਟਸ ਨੂੰ ਔਰ ਪੇਰੈਂਟਸ ਦੀ ਸਾਰੀ ਡਿਊਟੀ ਬਣਦੀ ਹੈ ਜੋ ਵੀ ਉਹ ਕਰ ਸਕਣ ਔਰ ਆਪਣੇ ਬੱਚਿਆਂ ਨੂੰ ਜਿਹੜਾ ਟਾਈਮ ਦੀ ਤੁਸੀਂ ਗੱਲ ਕੀਤੀ ਹੈ ਟਾਈਮ ਦੇਣਾ ਚਾਹੀਦਾ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਤੁਸੀਂ ਸਟ੍ਰਿਕਟਲੀ ਕਿਹਾ ਕਿ 2 ਘੰਟੇ ਤੋਂ ਜ਼ਿਆਦਾ ਜਿਹੜਾ ਟਾਈਮ ਸਕਰੀਨ ਟਾਈਮ ਨਹੀਂ ਦੇਣਾ ਚਾਹੀਦਾ ਉਹਦੇ ਨਾਲ ਮੈਂ ਇੱਕ ਵਾਰ ਕਨਸੀਕੁਐਂਸ ਮੈਂ ਤੁਹਾਨੂੰ ਮਾਫ ਕਰਾਂਗਾ ਕਨਸੀਕੁਐਂਸਸ ਮੈਂ ਦੱਸਣਾ ਕਿ ਬੱਚੇ ਕੋਲ ਹੀ ਪੁੱਛ ਲਓ ਕਿ ਜੇ ਤੁਸੀਂ 2 ਘੰਟੇ ਤੋਂ ਜ਼ਿਆਦਾ ਖੇਡੋਗੇ what should be the consequence ਫਿਰ ਕੀ ਕਰੀਏ ਤੇ ਉਹ ਬੱਚਾ ਦੱਸੇਗਾ ਠੀਕ ਹੈ ਜੀ ਅੱਗੇ ਇਹਦਾ ਮਤਲਬ 2 ਘੰਟੇ ਤੋਂ ਜ਼ਿਆਦਾ ਜਾਵਾਂ ਤੇ ਅਗਲੇ ਦਿਨ ਮੈਨੂੰ ਨਾ ਦੇਣਾ ਤੇ ਲਿਖੋ ਇੱਕ ਕੰਟਰੈਕਟ ਬਣਾ ਲਓ ਠੀਕ ਹੈ ਭਾਈ ਅਕਾਊਂਟੇਬਿਲਿਟੀ ਸਾਈਨ ਕਰੋ ਅਕਾਊਂਟੇਬਿਲਿਟੀ ਲੈ ਲਓ ਤੇ ਤੁਸੀਂ ਕਿਹਾ ਸੀਗਾ ਕਿ ਤੂੰ 2 ਘੰਟੇ ਜ਼ਿਆਦਾ ਨਹੀਂ ਖੇਡੇਗਾ ਬੱਚਾ ਇੰਪੋਰਟੈਂਟ ਫੀਲ ਕਰਦਾ ਬੱਚਾ ਚੀਟਡ ਫੀਲ ਨਹੀਂ ਕਰਦਾ ਬੱਚਾ ਮੈਨੂੰ ਕਹਿੰਦਾ ਮੈਨੂੰ ਮੇਰੇ ਪੇਰੈਂਟਸ ਨੇ ਸੀਰੀਅਸਲੀ ਲਿਆ ਵੀ ਮੇਰਾ ਕੰਟਰੈਕਟ ਤੈਅ ਹੋ ਗਿਆ ਡੀਲ ਬਣ ਗਈ ਹੈ ਔਰ ਮੈਨੂੰ ਵੀ ਉਹ ਆਪਣੀ ਜਿਹੜੀ ਹੈ ਲਾਇਲਟੀ ਆ ਆਪਣੀ ਇਮਾਨਦਾਰੀ ਸ਼ੋਅ ਕਰੇਗਾ ਬਿਲਕੁਲ ਜੀ ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਔਰ ਸਮਾਂ ਬਿਲਕੁਲ ਆਪਣਾ ਚਰਮ ਸੀਮਾ ਤੇ ਪਹੁੰਚ ਚੁੱਕਿਆ ਔਰ ਸਵਾਲ ਤਾਂ ਹਜੇ ਵੀ ਲੜੀ ਆ ਔਰ ਕਾਲਸ ਵੀ ਕਾਫੀ ਜਿਹੜੀਆਂ ਬਾਅਦ ਦੇ ਵਿੱਚ ਮਿਸ ਹੋਈਆਂ ਕੋਈ ਨਹੀਂ ਜੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਆਪਾਂ ਇਸ ਤਰ੍ਹਾਂ ਦੀ ਚਰਚਾ ਕਰਾਂਗੇ ਔਰ ਸ਼ੁਕਰੀਆ ਤੁਹਾਡਾ ਤੁਸੀਂ ਪੋਰਨੋਗ੍ਰਾਫੀ ਦੇਖਣ ਦੇ ਕਾਰਨ ਦੱਸਦੇ ਔਰ ਉਸ ਤੋਂ ਬਾਅਦ ਲੱਛਣ ਵੀ ਦੱਸਦੇ ਵੀ ਕਿਵੇਂ ਬੱਚਾ ਕਿਵੇਂ ਇਹ ਦੇਖਦਾ ਔਰ ਜੇ ਕੰਟਰੋਲ ਵੀ ਕਿਵੇਂ ਕੀਤਾ ਜਾ ਸਕਦਾ ਔਰ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਇਹ ਜਿਹੜਾ ਮੈਸੇਜ ਹੈ ਤੁਹਾਡੀ ਜਾਣਕਾਰੀ ਹੈ ਜਿਹੜੀ ਉਹ ਸਾਡੇ ਦਰਸ਼ਕਾਂ ਤੱਕ ਪਹੁੰਚ ਗਈ ਹੋਵੇਗੀ ਸ਼ੁਕਰੀਆ ਤੁਹਾਡਾ ਸੋ ਦਰਸ਼ਕੋ ਤੁਹਾਡਾ ਵੀ ਸ਼ੁਕਰੀਆ ਇਸੇ ਤਰੀਕੇ ਦੇ ਨਾਲ ਜਿਹੜੇ ਇਹ ਸੰਗਾਊ ਵਿਸ਼ੇ ਹੁੰਦੇ ਆ ਅਸੀਂ ਉਹਨਾਂ ਨੂੰ ਸੰਗਾਊ ਨਹੀਂ ਮੰਨਦੇ ਕਿਉਂਕਿ ਡਾਕਟਰ ਸਾਹਿਬ ਬੜੀ ਅਸੀਂ ਆਸਵੰਦ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਔਰ ਕਹਿ ਰਹੇ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਬਚਾ ਸਕਦੇ ਆ ਰੋਕ ਸਕਦੇ ਆ ਔਰ ਦਰਸ਼ਕੋ ਇਸ ਤਰ੍ਹਾਂ ਦੇ ਜਿਹੜੇ ਵਿਸ਼ੇ ਆ ਔਰ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਅਸੀਂ ਵਿਜ਼ਨ ਪੰਜਾਬ ਟੀਵੀ ਤੋਂ ਤੁਹਾਡੇ ਰੂਬਰੂ ਕਰਦੇ ਰਵਾਂਗੇ
ਇਹ ਇਸ ਲਈ ਨਹੀਂ ਕਿ ਅਸੀਂ ਤੁਹਾਨੂੰ ਕੋਈ ਹੋਰ ਸੰਗ ਦੇਣੀ ਚਾਹੁੰਦੇ ਆ, ਜਾਂ ਅਸੀਂ ਕਹਿੰਦੇ ਵੀ ਇਹਨਾਂ ਨੇ ਸ਼ਰਮ ਲਾਈ ਹੈ। ਸ਼ਰਮ ਨਹੀਂ ਲਾਈ, ਅਸਲ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਘਰਾਂ ਦੇ ਵਿੱਚ ਬੈਠੇ ਬੱਚੇ ਅਸਲ ਦੇ ਵਿੱਚ ਕੀ ਸੋਚ ਰਹੇ ਆ ਔਰ ਕੀ ਕਰਨ ਜਾ ਰਹੇ ਆ ਔਰ ਕੀ ਕਰਨਾ ਚਾਹੁੰਦੇ ਆ। ਚਾਹੇ ਉਹ ਪੋਰਨੋਗ੍ਰਾਫੀ ਦੀ ਗੱਲ ਕੀਤੀ ਹੈ, ਚਾਹੇ ਗੇਮ ਡਿਸਆਰਡਰਿੰਗ ਦੀ ਗੱਲ ਕੀਤੀ ਹੈ, ਤੁਸੀਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਆ। ਸਮਾਂ ਤੁਹਾਡੇ ਹੱਥ ਦੇ ਵਿੱਚ ਹੈ ਔਰ ਜਿਵੇਂ ਕਿ ਡਾਕਟਰ ਨੇ ਸਾਹਿਬ ਨੇ ਦੱਸਿਆ ਕਿ ਕੀ ਟਿਪਸ ਹੈ ਬੱਚਿਆਂ ਨੂੰ ਬਚਾਉਣ ਦੇ, ਉਹਨਾਂ ਨੂੰ ਅਪਲਾਈ ਕਰੋ, ਇੰਪਲੀਮੈਂਟ ਕਰੋ ਤਾਂ ਬੱਚੇ ਬਚ ਸਕਦੇ ਆ। ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇਖਣ ਦੇ ਲਈ ਔਰ ਇਸੇ ਤਰੀਕੇ ਦੇ ਨਾਲ ਪਿਆਰ ਦਿੰਦੇ ਰਹੋ ਵਿਜ਼ਨ ਪੰਜਾਬ ਟੀਵੀ ਨੂੰ ਔਰ ਪ੍ਰੋਗਰਾਮ ਦੇਖਦੇ ਰਹੋ ਵਿਜ਼ਨ ਪ੍ਰਾਈਮ ਟਾਈਮ ਸ਼ੋਅ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦਾ ਜੋ ਸਮਾਂ ਹੁੰਦਾ 7 ਤੋਂ 8 ਹੁੰਦਾ ਹੈ ਔਰ 905 790 9099 ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਦੇ ਲਈ। ਜਿਉਂਦੇ ਰਹੋ, ਵਸਦੇ ਰਹੋ, ਖੁਸ਼ੀਆਂ ਮਾਣੋ, ਘਰਾਂ 'ਚ ਰਹੋ। ਹੈਪੀ ਰੱਖੜੀ, ਸਾਰੇ ਭੈਣ ਭਰਾਵਾਂ ਨੂੰ ਰੱਖੜੀ ਦਾ ਤਿਉਹਾਰ ਮੁਬਾਰਕ। ਸ਼ਬ ਖੈਰ।